ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ, ਪੰਜਾਬ ਮਾਡਲਾਂ ਦਾ ਕੱਚ-ਸੱਚ ਅਤੇ ਦਲ ਬਦਲੀਆਂ ਦੇ ਖੇਡ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ, ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ। ਜੇਕਰ ਗੱਲ ਕਰੀਏ, ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਮਾਡਲ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਵੱਲੋਂ ਜਿਹੜਾ ਹੈ ਕਈ ਤਰ੍ਹਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਅਤੇ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ, ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹ ਵੀ ਇੱਕ ਪੰਜਾਬ ਮਾਡਲ ਦਾ ਜਿਹੜਾ ਜ਼ਿਕਰ ਕਰਦੇ ਨੇ, ਵਾਰ-ਵਾਰ ਆਪਣੇ ਹਰ ਬਿਆਨ ਦੇ ਵਿੱਚ ਪੰਜਾਬ ਮਾਡਲ ਦਾ ਉਹਦੇ ਉਲੇਖ ਕਰਦੇ ਨੇ, ਟਿੱਪਣੀ ਕਰਦੇ ਨੇ। ਅਸੀਂ ਜਾਣਨਾ ਚਾਹਾਂਗੇ ਇਹ ਪੰਜਾਬ ਮਾਡਲ ਦੀਆਂ ਕਿਹੜੇ ਦੀਆਂ ਗੱਲਾਂ ਕਰਦੇ ਨੇ, ਉਹਦੀ ਅਸਲ ਸੱਚਾਈ ਕੀ ਹੈ? ਅਸਲ ਦੇ ਵਿੱਚ ਮਾਡਲ ਕਿਹਨੂੰ ਕਹਿੰਦੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਪਰਿਭਾਸ਼ਿਤ ਕਰਨ ਵਾਲੀ ਗੱਲ ਹੁੰਦੀ ਹੈ। ਤੁਸੀਂ ਕਿਹੜਾ ਪੋਲੀਟੀਕਲ ਮਾਡਲ ਕਹਿ ਰਹੇ ਹੋ, ਵਿਕਾਸ ਦਾ ਇਕੱਲਾ ਮਾਡਲ ਕਹਿ ਰਹੇ ਹੋ, ਇਕੱਲੀ ਅਰਥ ਵਿਵਸਥਾ ਦਾ ਕੋਈ ਮਾਡਲ ਕਹਿ ਰਹੇ ਹੋ, ਕਾਹਦਾ ਕਹਿ ਰਹੇ ਹੋ? ਇੱਕ ਤਾਂ ਮਾਡਲ ਸ਼ਬਦ ਨੂੰ ਹੀ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ, ਜਿਹੜਾ ਜਿਹਨੂੰ ਜਿੱਥੇ ਪਹਿਲਾਂ ਗੁਜਰਾਤ ਮਾਡਲ ਚੱਲਿਆ ਸੀ, ਦਿੱਲੀ ਮਾਡਲ ਚੱਲਿਆ ਸੀ, ਬੜੇ ਟਾਈਪ ਦੇ ਮਾਡਲ ਸੀ। ਇਹ ਚੰਗਾ ਹੋਇਆ ਕੇਜਰੀਵਾਲ ਪੰਜਾਬ ਮਾਡਲ ਦੀ ਗੱਲ ਤਾਂ ਕਰਨ ਲੱਗੇ ਨੇ। ਪਹਿਲਾਂ ਤਾਂ ਦਿੱਲੀ ਮਾਡਲ ਇਹ ਪੰਜਾਬ 'ਚ ਚੱਲਦਾ ਸੀ, ਵੀ ਉਹਨੂੰ ਅਸੀਂ ਰੈਪਲੀਕੇਟ ਕਰਾਂਗੇ, ਦਿੱਲੀ ਮਾਡਲ ਐ ਚੱਲੂਗੀ ਦਿੱਲੀ। ਹੁਣ ਉਹਨੂੰ ਥੋੜ੍ਹਾ ਜਿਹਾ ਸ਼ਾਇਦ ਕਿਸੇ ਨੇ ਸਮਝਾਇਆ ਹੋਣਾ ਕਿ ਨਹੀਂ, ਪੰਜਾਬ ਦੀ ਵੱਖਰੇ ਟਾਈਪ ਦੀ ਗੱਲ ਹੈ, ਦਿੱਲੀ ਮਾਡਲ ਕਰਕੇ ਨਹੀਂ ਇਕੱਲਾ ਕੰਮ ਚੱਲਣਾ, ਹਰੇਕ ਏਰੀਏ ਦੀ ਆਪਣੀ ਇੱਕ ਵਿਸ਼ੇਸ਼ਤਾ ਜੀ। ਸਵਾਲ ਇਹ ਹੈ ਕਿ ਮਾਡਲਾਂ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪੰਜਾਬ ਦੇ ਸੰਕਟ ਕੀ ਹੈ, ਪੰਜਾਬ ਮਲਟੀਪਲ ਸੰਕਟ 'ਚੋਂ ਗੁਜ਼ਰ ਰਿਹਾ, ਕੋਈ ਇੱਕ ਗੱਲ ਨਹੀਂ ਹੈ ਜੀ। ਮਲਟੀਪਲ ਸੰਕਟ ਕੀ ਹੈ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਸਭ ਤੋਂ ਬੜੀ ਗੱਲ ਜਿਹੜੀ ਹੈ, ਚਾਹੇ ਉਹ ਵਾਤਾਵਰਨ ਨਾਲ ਸੰਬੰਧਿਤ ਗੱਲ ਹੈ, ਚਾਹੇ ਉਹ ਮਨੁੱਖੀ ਪਾਵਰ ਨਾਲ ਸੰਬੰਧਿਤ ਗੱਲ ਹੈ, ਚਾਹੇ ਉਹ ਸਿੱਖਿਆ ਨਾਲ, ਸਿਹਤ ਨਾਲ, ਜਿੰਨੀਆਂ ਵੀ ਚੀਜ਼ਾਂ ਸਾਡੇ ਸਾਹਮਣੇ ਨੇ, ਚਾਹੇ ਉਹ ਪੂਰੇ ਢਾਂਚੇ ਨਾਲ, ਦੇਸ਼ ਦਾ ਜਿਹੜਾ ਸਟਰਕਚਰ ਬਣਿਆ ਹੋਇਆ ਉਹਦੇ ਨਾਲ ਰਿਲੇਟਡ ਵੀ ਉਹ ਗੱਲਾਂ ਨੇ ਜੀ। ਹੁਣ ਅੱਜ ਕੇਜਰੀਵਾਲ ਉਹਨਾਂ ਨੇ 10 ਨੁਕਾਤੀ ਇੱਕ ਏਜੰਡਾ ਦਿੱਤਾ, ਉਹਦੇ 'ਚ ਇਹ ਹੈ ਕਿ ਮੈਂ ਰੁਜ਼ਗਾਰ ਦਿਆਂਗੇ, ਅਸੀਂ ਦਿੱਲੀ 'ਚ 10 ਲੱਖ ਦੇਤਾ, ਇੱਥੇ ਵੀ ਰੁਜ਼ਗਾਰ ਦਿਆਂਗੇ ਸਭ ਨੂੰ, ਅਸੀਂ ਇੱਥੇ ਦੀ ਸਿੱਖਿਆ ਬਿਹਤਰ ਬਣਾ ਦਾਂਗੇ, ਅਸੀਂ ਸਿਹਤ ਜਿਹੜੀ ਹੈ ਉਹ ਮੁਫਤ ਉਸ ਲੈਵਲ 'ਤੇ ਦੇ ਦਿਆਂਗੇ, ਬੀਬੀਆਂ ਨੂੰ ਉਹ 1000 ਰੁਪਏ ਵਾਲਾ ਜਿਹੜਾ ਪਹਿਲਾਂ ਐਲਾਨਿਆ ਹੋਇਆ ਉਹ ਦੇ ਦਾਂਗੇ। ਫਿਰ ਅੱਗੇ 9ਵੇਂ ਨੰਬਰ 'ਤੇ ਜਾ ਕੇ ਖੇਤੀ ਵੀ ਨਾਲ ਸ਼ਾਮਲ ਕੀਤੀ ਹੈ ਕਿ ਖੇਤੀ ਨੂੰ ਵੀ ਅਸੀਂ ਮਤਲਬ ਠੀਕ ਕਰਨ ਦੀ ਜਿਹੜੀ ਉਸ ਪੱਧਰ ਦੇ ਉੱਤੇ ਗੱਲ ਕਰਾਂਗੇ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਐਂ ਕਹਿਤਾ ਐਂ ਕਰਾਂਗੇ, ਕਿਵੇਂ ਕਰਾਂਗੇ ਮੁਝੇ ਪਤਾ ਹੈ ਕੈਸੇ ਕਰਨੀ ਹੈ। ਲੋਕ ਇਹ ਨਹੀਂ ਜਾਣਨਾ ਚਾਹੁੰਦੇ, ਤੁਹਾਨੂੰ ਕੀ ਪਤਾ, ਇਹ ਤੁਹਾਡੀਆਂ ਲਾਈਨਾਂ ਨੇ ਜੀ, ਆਹ ਕਰਾਂਗੇ। ਇਹ ਤਾਂ ਉਹ ਹੈ ਜੀ ਮੈਨੀਫੈਸਟੋ ਨੇ, ਜਿਹੋ ਜਿਹੇ ਮੈਨੀਫੈਸਟੋ ਪਹਿਲਾਂ ਵੀ ਕਰਦੇ। ਬਿਲਕੁਲ ਇੱਦੋਂ ਪਹਿਲਾਂ ਜੇ ਅਮਰਿੰਦਰ ਸਿੰਘ ਦਾ ਮੈਨੀਫੈਸਟੋ ਤੇ ਇਹ ਦੇਖ ਲਓ, ਉਹ ਮੈਨੂੰ ਲੱਗਦਾ ਇੱਦੋਂ ਵਧੀਆ ਲੱਗਦਾ ਔਰ ਵਧੀਆ ਸ਼ਬਦਾਂ 'ਚ। ਅਤੇ ਬੇਅਦਬੀ ਦਾ ਐਵੇਂ ਕਰਾਂਗੇ, ਪੰਜਾਬ 'ਚ ਹਾਲਾਤ ਬਹੁਤ ਖਰਾਬ ਨੇ। ਅਮਰਿੰਦਰ ਸਿੰਘ ਨੇ ਤਾਂ ਇਹ ਕਿਹਾ ਵੀ ਬੇਅਦਬੀ ਦਾ ਤਾਂ ਤੁਰੰਤ ਫੜ ਕੇ ਅੰਦਰ ਕਰਾਂਗੇ, ਨਸ਼ੇ ਨੂੰ ਹਟਾਵਾਂਗੇ, ਉਹਨੇ ਤਾਂ ਕਹਿਤਾ ਸੀ 4 ਹਫ਼ਤਿਆਂ 'ਚ ਹਟਾਵਾਂਗੇ ਨਸ਼ੇ ਨੂੰ, ਰੁਜ਼ਗਾਰ ਦਿਆਂਗੇ, ਉਹਨੇ ਤਾਂ ਕਹਿਤਾ ਸੀ ਘਰ ਘਰ ਰੁਜ਼ਗਾਰ ਦਿਆਂਗੇ। ਮਤਲਬ ਸਾਰੀਆਂ ਚੀਜ਼ਾਂ ਨੂੰ ਤੁਸੀਂ ਕੀ ਕਰ ਰਹੇ ਸੀ, ਇਹਦੇ ਨਾਲ ਕੀ ਗਰੰਟੀ ਹੈ ਜੀ ਤੁਸੀਂ ਕੀ ਕਰੋਗੇ ਜੀ? ਤੁਹਾਡਾ ਰੋਡ ਮੈਪ ਹੁੰਦਾ ਹੈ, ਇੱਕ ਰੋਡ ਮੈਪ ਇਹ ਹੁੰਦਾ ਕਿ ਇਕੱਲਾ ਇਹ ਕੋਈ ਪੋਲੀਟੀਕਲ ਸਟਰਕਚਰ 'ਚ ਚੇਂਜ ਦੀ ਗੱਲ ਨਹੀਂ ਕਰਦੇ, ਕੋਈ ਬਾਕੀ ਗੱਲ ਨਹੀਂ ਕਰਦੇ, ਇਹ ਕੇਵਲ ਗਵਰਨੈਂਸ ਦਾ ਇੱਕ ਤਰੀਕੇ ਦੀ ਗੱਲ ਕਰ ਰਿਹਾ, ਜਿਹੜਾ ਕੇਜਰੀਵਾਲ ਹੁਣ ਤੱਕ ਕਰ ਰਿਹਾ ਜੀ, ਪ੍ਰਸ਼ਾਸਨਿਕ ਤਰੀਕੇ ਦੀ। ਉਹ ਗਵਰਨੈਂਸ ਦਾ ਤਰੀਕਾ ਕੀ ਹੈ ਕਿ ਤੁਸੀਂ ਫਿਰ ਉਹਨੂੰ ਵੀ ਨਹੀਂ ਦੱਸ ਰਹੇ ਕਿ ਤੁਸੀਂ ਉਹਦੇ 'ਚ ਤਬਦੀਲੀ ਕਿਵੇਂ ਕਰੋਗੇ। ਉਹ ਕਰੋਗੇ, ਪੈਸਾ ਕਿੱਥੋਂ ਆਊਗਾ? ਨੰਬਰ 1 ਇਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜਾ ਹੁਣ ਦਾ ਢਾਂਚਾ ਕੰਮ ਕਰਨ ਦਾ, ਜੇ ਉਹ ਨਹੀਂ ਕਰ ਰਿਹਾ ਤਾਂ ਤੁਸੀਂ ਉਹਦੇ 'ਚ ਤਬਦੀਲੀ ਕੀ ਕਰੋਗੇ, ਕਿਸ ਤਰੀਕੇ ਨਾਲ ਗਵਰਨੈਂਸ ਸੁਧਾਰੋਗੇ, ਕਿਹੜੀ ਚੀਜ਼ ਲਾਗੂ ਕਰੋਗੇ। ਜਾਂ ਤੁਹਾਡੇ ਕੋਲ ਉਹ ਅਲਟਰਨੇਟਿਵ, ਇਹ ਲੋਕਾਂ ਨੂੰ ਐਂ ਕਹਿਣਾ ਵੀ ਤੁਸੀਂ ਸਾਡੇ 'ਤੇ ਵਿਸ਼ਵਾਸ ਕਰੋ, ਅਸੀਂ ਤੁਹਾਨੂੰ ਬਾਅਦ 'ਚ ਦੱਸ ਦਾਂਗੇ ਜੀ, ਜਿਹੜਾ ਤੁਹਾਡੇ ਕੋਲ ਬਾਅਦ 'ਚ ਦੱਸਣ ਨੂੰ ਉਹ ਅੱਜ ਕਿਉਂ ਨਹੀਂ ਹੈ ਜੀ? ਸਗੋਂ ਲੋਕਾਂ ਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਕਿ ਆਹ ਚੀਜ਼ਾਂ ਨੇ, ਇਸ ਤਰੀਕੇ ਦੇ ਨਾਲ ਇਹ ਤੁਹਾਡੇ ਤੋਂ ਐਲੀਗੇਸ਼ਨ ਲੱਗਦੇ ਨੇ ਕਿ ਤੁਹਾਡਾ ਸਿਲੈਕਸ਼ਨ ਆਫ ਕੈਂਡੀਡੇਟ ਉਹ ਹੈ ਜਿਹਾ ਜਿਹਾ ਬਾਕੀਆਂ ਦਾ ਜੀ, ਅਤੇ ਬਹੁਤ ਜ਼ਿਆਦਾ ਫਰਕ ਨਹੀਂ ਹੈ। ਔਰ ਤੁਹਾਡੇ ਕੋਲ ਇਹ ਵੀ ਸਾਰਾ ਲੱਗਦੇ ਨੇ ਕਿ ਤੁਹਾਡਾ 1 ਮੈਨ ਹੈ, ਸੈਂਟਰਲਾਈਜੇਸ਼ਨ ਆਫ ਪਾਵਰ ਸਿਸਟਮ ਹੈ, ਇੱਕੋ ਬੰਦੇਦਾਰ ਦੇ ਕੋਲ ਸਾਰੀਆਂ ਤਾਕਤਾਂ ਨੇ, ਬਾਕੀ ਕੀ ਕਰੇਗਾ। ਔਰ ਇਹ ਸਾਰੀਆਂ ਚੀਜ਼ਾਂ ਇਹ ਬਾਕੀ ਦੀਆਂ ਪਾਰਟੀਆਂ 'ਤੇ ਵੀ ਲੱਗਦਾ। ਬਾਕੀ ਪਾਰਟੀਆਂ ਨੂੰ ਇਹ ਕਹਿੰਦੇ ਨੇ ਨਾ ਕਿ ਜਿਵੇਂ ਕਾਂਗਰਸ ਦੀਆਂ ਟਿਕਟਾਂ ਹੋਣ ਜਾਂ ਆਮ ਆਦਮੀ ਦੀਆਂ, ਇਹ ਤਾਂ ਦਿੱਲੀ ਤੋਂ ਆਉਣੀਆਂ ਨੇ ਔਰ ਆਉਂਦੀਆਂ ਨੇ। ਬਿਲਕੁਲ ਰੀਜਨਲ ਕਿਸੇ ਗਰੁੱਪ ਦੀਆਂ ਟਿਕਟਾਂ ਚੰਡੀਗੜ੍ਹ ਤੋਂ ਆਉਂਦੀਆਂ ਨੇ ਕਿਸੇ ਇੱਕ ਬੰਦੇ ਕੋਲੋਂ। ਮਤਲਬ ਲੋਕਾਂ ਦੇ ਮਾਡਲ 'ਚ ਡਿਫਰੈਂਸ ਕਿਵੇਂ ਆਏਗਾ ਕਿ ਤੁਸੀਂ ਇਹਦੇ 'ਚ ਤਬਦੀਲੀ ਕੀ ਕਰੋਗੇ ਜੀ। ਦੂਜੀ ਗੱਲ ਇਹ ਹੈ ਕਿ ਜਿਹੜਾ ਨਵਜੋਤ ਸਿੱਧੂ ਕਹਿ ਰਹੇ, ਮੈਂ ਪਹਿਲਾਂ ਵੀ ਉਸ ਮਾਡਲ 'ਤੇ ਸੀ। ਜਦੋਂ ਤੁਹਾਨੂੰ ਮੈਂ ਪਹਿਲੀ ਪ੍ਰੈਸ ਕਾਨਫਰੰਸ ਦਿਖਾਊਂਗਾ ਜਦੋਂ ਮੈਂ ਕਾਂਗਰਸ 'ਚ ਆਇਆ, ਇਹ ਗੱਲਾਂ ਉਹਨਾਂ ਨੇ ਕੀਤੀਆਂ ਜਦੋਂ ਆਮ ਆਦਮੀ ਪਾਰਟੀ ਨਾਲ ਨਹੀਂ ਸੀ ਬਣੀ।
ਉਦੋਂ ਇੱਥੇ ਪ੍ਰੈਸ ਕਲੱਬ ਦੇ ਵਿੱਚ ਇੱਕ ਬੈਂਸ ਸੀਗੇ, ਪ੍ਰਗਟ ਨਵਜੋਤ ਸਿੱਧੂ, ਅਸੀਂ ਪੰਜਾਬ ਮਾਡਲ ਲਿਆਵਾਂਗੇ। ਜਦੋਂ ਕਾਂਗਰਸ ਸ਼ਾਮਲ ਹੋ ਗਏ, ਉਹਦਾ ਪੰਜਾਬ ਮਾਡਲ ਉਸ ਮੈਨੀਫੈਸਟੋ 'ਚ ਤਾਂ ਹੈ ਨਹੀਂ ਸੀ, ਫਿਰ 5 ਸਾਲ ਕਿਉਂ ਰਹੇ ਜੀ? ਜੇ ਤੁਹਾਡੀ ਕਮਿਟਮੈਂਟ ਪੰਜਾਬ ਮਾਡਲ ਨਾਲ ਹੈ, ਤੁਸੀਂ ਕਹਿੰਦੇ ਹੋ ਮੇਰੇ ਫਿਊਚਰ ਪੰਜਾਬ ਮਾਡਲ ਨਾਲ ਜੁੜਿਆ, ਤਾਂ 5 ਸਾਲ ਤਾਂ ਤੁਸੀਂ ਬਿਨਾਂ ਉਸ ਮਾਡਲ ਤੋਂ ਦੂਜੇ ਪਾਸੇ ਰਹੇ ਹੋ ਨਾ ਜੀ, ਔਰ ਵੇਟ ਕੀਤੀ ਹੈ ਇੰਨਾ ਸਮਾਂ ਲਗਾਤਾਰ। ਔਰ ਦੂਜੀ ਗੱਲ ਇਹ ਹੈ ਵੀ ਹੁਣ ਵੀ ਤੁਸੀਂ 3 ਚੀਜ਼ਾਂ 'ਤੇ ਇਕੱਲਾ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰਦੇ ਹੋ ਨਾ, ਕਿ ਆਹ ਇਹਦੇ ਸਟਰਕਚਰ 'ਚ ਤਬਦੀਲੀ ਦਾ ਕੁਐਸਚਨ ਕੀ ਹੈ? ਤੁਹਾਡੇ ਕੋਲ ਕੀ ਅਲਟਰਨੇਟਿਵ, ਜਿਹੜਾ ਡਿਪਾਰਟਮੈਂਟ ਕਿਵੇਂ ਕੰਮ ਕਰਨਗੇ? ਉਹ ਡਿਪਾਰਟਮੈਂਟ ਜਿਹੜੇ ਕੰਮ ਕਰਦੇ ਨੇ, ਜਿਨ੍ਹਾਂ ਦਾ ਕੰਟਰੋਲ ਹੈ ਉਹ ਸਾਰਿਆਂ ਦੇ ਉੱਤੇ, ਉਹਦੀ ਫੰਕਸ਼ਨਿੰਗ 'ਚ ਕੀ ਤਬਦੀਲੀ ਹੋਏਗੀ? ਉਹ ਜਵਾਬਦੇਹ ਕਿਵੇਂ ਹੋਣਗੇ? ਇਹ ਸਾਰੇ ਜਿਹੜੇ ਇਸ਼ੂ ਨੇ ਅਜੇ ਇਹ ਮਤਲਬ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਇਹਨਾਂ ਨਾਲ ਗੱਲ ਕਰਨ ਦੀ, ਇਹਨਾਂ ਮੁੱਦਿਆਂ 'ਤੇ ਗੱਲ ਕਰਨ ਦੀ ਜ਼ਰੂਰਤ ਹੈ। ਬਿਲਕੁਲ ਇੱਕ ਗੱਲ ਜਿਹੜੀ ਪੋਜ਼ੀਟਿਵ ਆ, ਉਹ ਜਿਹੜਾ ਕਹਿ ਰਿਹਾ ਵੀ ਪੈਸਾ ਕਿੱਥੋਂ ਆਊਗਾ, ਇਹ ਕਹਿਣ ਦੀ ਲੋੜ ਹੈ ਜੀ। ਪਰ ਉਹ ਪੈਸਾ ਇਕੱਲਾ ਐਂ ਨਹੀਂ ਆ ਸਕਦਾ। ਕਦੇ ਤੁਸੀਂ ਕਹਿੰਦੇ 5000 ਕਰੋੜ 4000 ਕਰੋੜ ਆਏ, ਉਹ ਹਾਈਪੋਥੈਟੀਕਲੀ ਹੈ, ਜੇ ਕਾਲਪਨਿਕ ਗੱਲਾਂ ਦੇ ਤੌਰ 'ਤੇ ਤੁਸੀਂ ਕਹਿੰਦੇ, ਉਹ ਰੋਡ ਮੈਪ ਨਹੀਂ ਹੈ। ਰੋਡ ਮੈਪ ਤਾਂ ਹੁੰਦਾ ਕਿ ਇੰਨੀ ਮਾਤਰਾ ਹੈ, ਇੰਨੇ ਮਾਤਰਾ 'ਚ ਆਹ ਚੀਜ਼ ਹੋ ਰਹੀ ਆ, ਉਸ ਮਾਤਰਾ ਦੇ ਮੁਤਾਬਕ ਅਸੀਂ ਇੱਥੇ ਆਹ ਚੀਜ਼ ਕਰ ਸਕਦੇ ਹਾਂ ਜੀ। ਉਹ ਅਜੇ ਅਗਲੀ ਗੱਲ ਹੈ, ਮਤਲਬ ਅਜੇ ਕੋਈ ਮਾਡਲ ਉਸ ਪੱਧਰ। ਹਾਂ, ਇੱਕ ਗੱਲ ਇਹ ਹੈ ਕਿ ਉਹ ਹੀ ਸਾਰੀਆਂ ਗੱਲਾਂ ਫਿਰ ਤੁਸੀਂ ਵੀ ਕਰਦੇ ਹੋ ਨਾਲ ਹੀ ਜੋੜ ਕੇ। ਤੁਸੀਂ ਵੀ ਔਰਤਾਂ ਨੂੰ 2000 ਦਾ ਸਵਾਲ, ਉਹ ਸਾਰੀਆਂ ਚੀਜ਼ਾਂ ਵੀ ਨਾਲ ਕਰਦੇ ਹੋ, ਅਤੇ ਨਾਲ ਤੁਸੀਂ ਕਹਿੰਦੇ ਹੋ ਜਿੰਨੇ ਮਰਜ਼ੀ ਆ ਸਾਰਿਆਂ ਨੂੰ ਰੁਜ਼ਗਾਰ ਮਿਲ ਸਕਦਾ, ਆ ਸਾਰਿਆਂ ਨੂੰ ਅਸੀਂ ਐਂ ਕਰ ਦਾਂਗੇ। ਇਹ ਸੰਭਵ ਨਹੀਂ। ਇੱਕ ਜਿਹੜਾ ਮਾਹੌਲ ਹੈ ਓਵਰਆਲ ਦੁਨੀਆ ਦਾ, ਦੇਸ਼ ਦਾ, ਸਾਡਾ ਜਿਹੋ ਜਿਹਾ ਡਿਵੈਲਪਮੈਂਟ ਦਾ ਮਾਡਲ ਚੱਲ ਰਿਹਾ ਹੈ, ਜੇ ਉਹਨੂੰ ਤੁਸੀਂ ਚੁਣੌਤੀ ਨਹੀਂ ਦਿੰਦੇ ਤਾਂ ਆਹ ਜਿਹੜੀਆਂ ਗੱਲਾਂ, ਉਸ ਤੋਂ ਤੁਸੀਂ ਕਹੋ ਕਿ ਅਸੀਂ ਲਿਮਟਿਡ ਕੰਮ ਕਰ ਸਕਦੇ ਹਾਂ। ਭਾਈ ਵੱਡਾ ਕੰਮ ਉੱਡਾ ਵੱਡਾ ਤਾਂ ਨਹੀਂ ਹੋਣਾ, ਉਹ ਇੱਕ ਡਿਵੈਲਪਮੈਂਟ ਦੇ ਮਾਡਲ ਦਾ ਕੁਐਸਚਨ ਹੈ, ਉਹਨੂੰ ਚੁਣੌਤੀ ਦੇਣੀ ਪਏਗੀ। ਹਾਂ, ਇਹਦੇ ਵਿੱਚ ਰਹਿੰਦੇ ਹੋਈ ਅਸੀਂ ਕੁਝ ਕੰਮ ਕਰ ਸਕਦੇ ਹਾਂ। ਤੁਸੀਂ ਇਹ ਨਹੀਂ ਕਹਿ ਸਕਦੇ ਪੰਜਾਬ ਨੂੰ ਅਸੀਂ ਉੱਥੇ ਲੈ ਜਾਵਾਂਗੇ, ਉੱਥੇ ਇਸ ਨਾਲੋਂ ਬਿਹਤਰ ਬਣਾ ਸਕਦੇ ਹਾਂ। ਉਹਦੇ ਲਈ ਸਾਡੇ ਕੋਲ ਆਹ ਰੋਡ ਮੈਪ ਹੈ ਜੀ। ਉਹ ਰੋਡ ਮੈਪ ਦੇ ਵਿੱਚ ਪੋਲੀਟੀਕਲ ਸਟਰਕਚਰ 'ਚ ਤਬਦੀਲੀ ਕਿੱਥੇ ਹੈ ਤੁਹਾਡੇ ਕੋਲ, ਜਿਹੜੀ ਜੇ ਤੁਸੀਂ ਕਰਨਾ ਚਾਹੋਗੇ? ਹਜੇ ਵੀ ਮਤਲਬ ਕੇਵਲ ਇੰਨਾ ਹੀ ਹੈ ਕਿ ਪਾਰਟੀਆਂ ਦੀ ਚੱਲਦੀ ਹੈ, ਇੰਡੀਵਿਜੂਅਲ ਦੀ ਵੈਸੇ ਵੀ ਨਹੀਂ ਚੱਲਦੀਆਂ। ਬਿਲਕੁਲ। ਔਰ ਮੈਨੂੰ ਲੱਗਦਾ ਕੇਜਰੀਵਾਲ ਦੀ ਪਾਰਟੀ 'ਚ ਕੇਜਰੀਵਾਲ ਦੀ ਚੱਲਦੀ ਲੱਗਦੀ ਹੈ। ਉਹਨਾਂ ਪਾਰਟੀਆਂ 'ਚ ਇੰਡੀਵਿਜੂਅਲ ਦਾ ਮਤਲਬ ਹੈ ਗਾਂਧੀ ਪਰਿਵਾਰ ਦੀ ਚੱਲਦੀ ਹੈ ਕਾਂਗਰਸ ਦੇ ਵਿੱਚ, ਜਿਹਦੇ ਪ੍ਰਤੀ ਸਾਰੇ ਸਰੈਂਡਰ ਕਰਦੇ ਨੇ, ਇਨਕਲੂਡਿੰਗ ਨਵਜੋਤ ਸਿੱਧੂ, ਇਨਕਲੂਡਿੰਗ ਬਾਕੀ ਦੇ ਬੰਦੇ, ਕਿ ਉਹ ਜੋ ਮਰਜ਼ੀ ਕਰਨਗੇ ਅਸੀਂ ਤਿਆਰ ਹਾਂ। ਜਿਵੇਂ ਅਕਾਲੀ ਦਲ 'ਚ ਬਾਦਲਾਂ ਦੀ ਚੱਲਦੀ ਹੈ, ਉਹੀ ਤਰੀਕੇ ਦੇ ਨਾਲ ਜਿਵੇਂ ਬੀਜੇਪੀ 'ਚ ਮੋਦੀ ਉਹਨਾਂ ਦੀ ਅਤੇ ਬਾਕੀ ਸਾਰਿਆਂ ਦੀ ਚੱਲਦੀ ਹੈ। ਉਹ ਸਾਰਾ ਕੁਝ ਸਾਡੇ ਸਾਹਮਣੇ ਆਉਂਦਾ। ਔਰ ਜਿੰਨਾ ਚਿਰ ਉਹ ਘੱਟੋ ਘੱਟ ਆਪਣੇ ਮਨੋਰਥ, ਵੈਸੇ ਤਾਂ ਮਨੋਰਥ ਪੱਤਰ ਜੇ ਲੀਗਲ ਡਾਕੂਮੈਂਟ ਨਹੀਂ ਬਣਦੇ, ਆਹ ਕਹਿਣ ਦੇ ਕੋਈ ਗੱਲਾਂ ਨਹੀਂ, ਜਾਂ ਆਪਣੇ ਵੱਲੋਂ ਹਲਫਨਾਮਾ ਨਹੀਂ ਦਿੰਦੇ ਲੋਕ ਕਿ ਇਹਦੇ 'ਤੇ ਅਸੀਂ ਦਿਆਂਗੇ, ਮੈਂ ਇੰਡੀਵਿਜੂਅਲ ਦਿਆਂਗਾ ਜਾਂ ਬਾਕੀ ਵੀ ਸਾਰੇ ਦੇਣਗੇ, ਕਿ ਕਾਨੂੰਨ ਬਣਨਾ ਚਾਹੀਦਾ। ਅਤੇ ਜੇ ਉਹ ਕਾਨੂੰਨ ਬਣਨ ਦੇ ਵਾਲੇ ਪਾਸੇ ਅਜੇ ਤੁਰਦੇ ਹੀ ਨਹੀਂ ਆ, ਹਜੇ ਤੱਕ ਕਾਨੂੰਨ ਨਹੀਂ ਬਣਿਆ, ਤਾਂ ਫਿਰ ਤੁਹਾਡੀ ਕਮਿਟਮੈਂਟ 'ਤੇ ਜਾਂ ਬਾਕੀ ਚੀਜ਼ਾਂ 'ਤੇ ਲੋਕ ਨਹੀਂ ਯਕੀਨ ਕਿਵੇਂ ਕਰਨ, ਜੇ ਕੋਈ ਗੱਲ ਵੀ ਹੋਵੇ। ਪਰ ਡਿਬੇਟ ਬਿਲਕੁਲ ਹੀ ਮਾਡਲਾਂ 'ਤੇ ਚੱਲਣੀ ਚਾਹੀਦੀ ਹੈ, ਔਰ ਕਿਹੜਾ ਮਾਡਲ ਕਿਸ ਟਾਈਪ ਦਾ ਕੀ ਸਟਰਕਚਰ ਹੋਵੇ, ਸ਼ਾਇਦ ਉਹ ਬਿਹਤਰ ਹੋਏਗੀ ਦੂਜੀਆਂ ਚੀਜ਼ਾਂ ਨਾਲੋਂ, ਚਿਹਰਿਆਂ ਨਾਲੋਂ, ਬਾਕੀਆਂ ਨਾਲੋਂ। ਜਿਵੇਂ ਹੁਣ ਤੱਕ ਤਾਂ ਇਹ ਸੀਗਾ ਕਾਂਗਰਸ ਦਾ ਚਿਹਰਾ ਕੌਣ ਹੋਏਗਾ, ਉਹ ਨਵਜੋਤ ਸਿੱਧੂ ਵੀ ਕਹਿੰਦੇ ਨੇ ਜੇ ਨਾਂ ਲਾਣਿਆ ਗਿਆ ਫਿਰ ਕੋਈ ਫਾਇਦਾ ਨਹੀਂ, ਲਾਗੂ ਕੌਣ, ਮਤਲਬ ਲਾਗੂ ਕੌਣ ਕਰੇਗਾ? ਇੱਕ ਚੀਫ ਮਿਨਿਸਟਰ। ਜੇ ਚੀਫ ਮਿਨਿਸਟਰ ਲਾਗੂ ਕਰੇਗਾ ਤਾਂ ਮਤਲਬ ਮਿਨਿਸਟਰੀ ਨੂੰ ਤੁਸੀਂ ਰਾਈਟ ਨਹੀਂ ਦਿਓਗੇ ਆਪਦੇ ਬਿਲਕੁਲ, ਜਿਹੜੀ ਸਮੂਹਿਕ ਰਿਸਪੌਂਸਿਬਿਲਟੀ ਦੀ ਸਵਾਲ ਹੈ। ਬਾਕੀ ਦੇ ਲੋਕ ਕਿਵੇਂ ਕਰਨਗੇ? ਇਹ ਸਾਰਾ ਚੀਜ਼ਾਂ, ਇਹੀ ਆਮ ਆਦਮੀ ਪਾਰਟੀ 'ਚ ਚਿਹਰਾ ਕੌਣ ਹੋਏਗਾ, ਇਹ ਬਾਕੀ ਦੀਆਂ ਚੀਜ਼ਾਂ 'ਚ ਸਾਰਾ ਚਿਹਰਾ ਕੌਣ ਹੋਏਗਾ। ਔਰ ਚਿਹਰੇ ਦੇ ਇਰਦ ਗਿਰਦ ਵੀ ਸਿਆਸਤ ਜਿਹੜੀ ਉਹਦੀ ਡੈਮੋਕਰੇਟਾਈਜੇਸ਼ਨ, ਉਹਦਾ ਜਮਹੂਰੀਕਰਨ ਵੀ ਬਹੁਤ ਵੱਡਾ ਇੱਕ ਲੋੜ ਹੈ ਸਾਰੇ ਸੈਟਅਪ ਦੇ ਵਿੱਚ। ਇਸ ਲਈ ਮਾਡਲਾਂ ਦੇ ਇਰਦ ਗਿਰਦ ਗੱਲ, ਮਾਡਲਾਂ ਦੇ ਵਿੱਚ ਕੀ ਕੀ ਹੋਣਾ ਚਾਹੀਦਾ, ਇਹ 'ਚ ਡਿਬੇਟ ਹੋਰ ਸ਼ੁਰੂ ਹੋਣੀ ਚਾਹੀਦੀ ਹੈ, ਪਬਲਿਕ ਡੋਮੇਨ ਦੇ ਵਿੱਚ ਜਾਣੀ ਚਾਹੀਦੀ ਹੈ, ਅਤੇ ਪਾਰਟੀਆਂ ਨੂੰ ਆਪਣੇ ਮੰਚਾਂ ਤੋਂ ਕਰਨੀ ਚਾਹੀਦੀ ਹੈ ਨਾਲ ਦੀ ਨਾਲ, ਤਾਂ ਕਿ ਲੋਕਾਂ ਸਾਹਮਣੇ ਉਹ ਜਾਣਗੇ, ਸਾਂਝੇ ਤੌਰ 'ਤੇ ਇੱਕ ਡਿਬੇਟ ਹੋਏਗੀ। ਸ਼ਾਇਦ ਪਹਿਲਾਂ ਦੇ ਮੁਕਾਬਲੇ ਕੁਝ ਬਿਹਤਰ ਹੋ ਸਕੇ ਜੇਕਰ ਉਹ ਹੋਏ। ਪਰ ਇਹ ਸਲੋਗਨੀਅਰ ਜਿਹੜੀ ਹੈ ਮਾਡਲ ਨਹੀਂ ਹੁੰਦੇ। ਸਲੋਗਨੀਅਰ ਕੇਵਲ ਇੱਕ ਅਲੱਗ ਗੱਲ ਹੁੰਦੀ ਹੈ ਕਿ ਮੇਰਾ ਏਜੰਡਾ ਅਤੇ ਮੈਂ ਇਹਦੇ 'ਤੇ ਗੱਲ ਕਰ ਰਿਹਾ, ਅਤੇ ਉਹਦਾ ਇੱਕ ਠੋਸ ਰੋਡ ਮੈਪ ਨਹੀਂ ਹੁੰਦਾ। ਠੋਸ ਰੋਡ ਮੈਪ ਤੱਕ ਪਹੁੰਚਣ ਦੀ ਲੋੜ ਹੈ ਡਿਬੇਟ ਕਰਕੇ ਪੰਜਾਬ ਨੂੰ। ਜੀ ਹਮੀਰ ਜੀ, ਚੋਣਾਂ ਦਾ ਸਮਾਂ, ਸਾਰੀ ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰਨ ਲੱਗੀਆਂ ਹੋਈਆਂ ਨੇ, ਅਤੇ ਸਾਰੀ ਸਿਆਸੀ ਧਿਰਾਂ ਇਹ ਗੱਲ ਕਹਿ ਰਹੀਆਂ ਨੇ ਪੰਜਾਬ ਮੌਜੂਦਾ ਸਮੇਂ ਅਜਿਹੇ ਸੰਕਟ 'ਚ ਨਿਕਲ ਰਿਹਾ ਜਿਸ ਤੋਂ ਪੰਜਾਬ ਨੂੰ ਬਾਹਰ ਕੱਢਣ ਦੀ ਲੋੜ ਹੈ। ਪਰ ਹਲੇ ਤੱਕ ਕੋਈ ਇਹ ਨਹੀਂ ਦੱਸ ਗਿਆ ਉਹ ਸੰਕਟ ਕੀ ਹੈ। ਅਸੀਂ ਜਾਣਨਾ ਚਾਹਾਂਗੇ ਪੰਜਾਬ ਦੇ ਅਸਲ ਮੁੱਦੇ ਕੀ ਹੈ, ਅਸਲ ਸੰਕਟ ਕੀ ਹੈ, ਅਤੇ ਉਸ 'ਚੋਂ ਕਿਵੇਂ ਪੰਜਾਬ ਨੂੰ ਬਾਹਰ ਕੱਢਿਆ ਜਾ ਸਕਦਾ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਬੜੀ ਦੇਰ ਤੋਂ ਦੇਖੋ, ਪੰਜਾਬ ਦੀ ਇੱਕ ਖਾਹਿਸ਼ ਹੈ 1947 ਤੋਂ ਬਾਅਦ ਲਗਾਤਾਰ, ਜਿਹੜੀ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਇੱਕ ਡੈਫੀਨੇਸ਼ਨ ਹੈ ਕਿ ਇਹ ਦੇਸ਼ ਐਡਾ ਵੱਡਾ ਹੈ ਜਿਹਦੇ 'ਚ ਵੰਨ ਸੁਵੰਨਤਾ ਬਹੁਤ ਹੈ,
ਬੋਲੀਆਂ ਦੀ, ਧਰਮਾਂ ਦੀ, ਵੱਖ-ਵੱਖ ਖੇਤਰਾਂ ਦੀ, ਵਿਰਸੇ ਦੀ, ਸਾਰੀਆਂ ਚੀਜ਼ਾਂ 'ਚ। ਐਡੇ ਵੱਡੇ ਦੇਸ਼ ਨੂੰ ਦੇਸ਼ ਪੱਧਰ 'ਤੇ ਇੱਕੋ ਤਰੀਕੇ ਨਾਲ ਨਹੀਂ ਹੱਕਿਆ ਜਾ ਸਕਦਾ। ਜੀ ਉਹਦੀਆਂ ਪਛਾਣਾਂ ਮੁਤਾਬਕ ਅਲੱਗ-ਅਲੱਗ ਤਰੀਕੇ ਨੂੰ ਅਲੱਗ-ਅਲੱਗ ਹੱਕ ਜਿਹੜੇ ਦੇਣ ਦੀ ਲੋੜ ਹੈ। ਜਿੱਥੇ ਕਿ ਜਿਹੜੇ ਏਰੀਏ ਵਾਈਜ਼ ਜਿਹੜੇ ਬੰਦੇ ਜਿਵੇਂ ਜਿਉਂਦੇ ਨੇ, ਪਹਾੜੀ ਏਰੀਏ ਦੇ ਲੋਕਾਂ ਦਾ ਆਪਣਾ ਮਿਜਾਜ ਹੈ, ਰੇਗਿਸਤਾਨ 'ਚ ਆਪਣਾ ਹੈ, ਅਤੇ ਜਿੱਥੇ ਬਹੁਤ ਪਾਣੀ ਸੀ ਉਹਦਾ ਆਪਣਾ, ਜਿਹੜਾ ਹਾਲਾਂਕਿ ਹੁਣ ਅਸੀਂ ਮੁਕਾ ਲਿਆ ਉਹ ਸਾਰਾ ਕੁਛ। ਜੀ ਇਸ ਲਈ ਜਿਹੜੀ 1950 ਦੇ ਸੰਵਿਧਾਨ ਤੋਂ ਪਹਿਲਾਂ ਵੀ ਡਿਬੇਟ ਲਗਾਤਾਰ ਇੱਥੇ ਜਾਰੀ ਰਹੀ ਹੈ ਕਿ ਕਿਹੋ ਜਿਹਾ ਦੇਸ਼ ਬਣਾਉਣਾ ਹੈ ਅਸੀਂ, ਜੀ ਉਹ ਫੈਡਰਲ, ਸਹੀ ਅਰਥਾਂ 'ਚ ਫੈਡਰਲ ਦੇਸ਼ ਬਣਾਉਣ ਦਾ ਜਿਹੜਾ ਇੱਕ ਸੀ। ਉਦੋਂ ਬਾਅਦ ਇਸੇ ਕਰਕੇ ਦੇਸ਼ ਦੇ ਵਿੱਚ 2 ਵਾਰ ਕੇਂਦਰ ਰਾਜ ਸੰਬੰਧਾਂ ਨੂੰ ਮੁੜ ਵਿਉਂਤਣ ਦੇ ਲਈ 2 ਕਮਿਸ਼ਨ ਬਣੇ। ਜੀ ਅਨੰਦਪੁਰ ਸਾਹਿਬ ਦੇ ਮੱਤੇ ਤੇ ਇੱਕ ਮੂਵਮੈਂਟ ਹੋਈ ਦੇਸ਼ ਦੇ ਵਿੱਚ, ਬਿਲਕੁਲ। ਤੇ ਉਹ ਮੂਵਮੈਂਟ ਦੇ ਕਰਕੇ ਸਰਕਾਰੀਆ ਕਮਿਸ਼ਨ ਬਣਿਆ, ਬਾਅਦ 'ਚ ਪੁੰਛੀ ਕਮਿਸ਼ਨ ਬਣਿਆ। ਹੁਣ ਵੀ ਜਿੰਨੇ ਵੀ ਕਾਨੂੰਨ ਬਣ ਰਹੇ ਨੇ ਜਿਹੜੇ ਦੇਸ਼ ਦੇ ਵਿੱਚ, ਚਾਹੇ UAPA ਹੈ, NIA ਹੈ, ਰਾਸ਼ਟਰੀ ਸੋਧ ਬਿੱਲ ਹੈ, ਬਾਕੀ ਨਾਗਰਿਕ ਸੋਧ ਬਿੱਲ ਜਿਹੜਾ ਕਹਿੰਦੇ ਆ, ਅਤੇ ਇਹ ਤੋਂ ਪਹਿਲਾਂ ਖੇਤੀ ਦੇ 3 ਬਿੱਲਾਂ 'ਤੇ ਜਿਹੜਾ ਗੱਲ ਟੋਟਲ ਚੱਲਦੀ ਰਹੀ ਹੈ। ਔਰ ਸਿੱਖਿਆ ਤੋਂ ਲੈ ਕੇ ਸ਼ੁਰੂ ਤੋਂ ਕਾਂਗਰਸ ਨੇ ਵੀ ਇਹ ਕੀਤਾ ਅਤੇ BJP ਨੇ, ਸਾਰਿਆਂ ਨੇ ਪਾਵਰ ਸਗੋਂ ਸਟੇਟਾਂ ਦੀ ਖੋਹਦੇ ਜਾ ਰਹੇ ਨੇ ਲਗਾਤਾਰ। ਚਾਹੇ BSF ਦਾ ਮਾਮਲਾ ਹੋਵੇ ਜੀ ਕਿ 50 ਕਿਲੋਮੀਟਰ ਤੱਕ ਅਸੀਂ ਦੇਖਾਂਗੇ, ਇਹ ਸਾਰੀਆਂ ਚੀਜ਼ਾਂ ਨੇ। ਜਿਵੇਂ ਜੇ ਸਟੇਟ ਨੂੰ ਤੁਸੀਂ ਖੋਹਦੇ ਜਾਓਗੇ, ਇਹ GST ਦਾ ਮਾਮਲਾ ਹੈ। ਜੀ GST ਦਾ ਉਹ ਕਦ ਦਿੰਦੇ ਨੇ, ਕਦ ਨਹੀਂ ਦਿੰਦੇ, ਉਹ ਅਲੱਗ ਸਵਾਲ ਹੈ। ਅਤੇ ਜਿਹੜਾ ਟੈਕਸ ਲਾਉਣ ਦਾ, ਹਟਾਉਣ ਦਾ ਹੱਕ ਸੀ, ਇਹ ਕਿਧਰੇ ਚਲਾ ਗਿਆ ਤੁਹਾਡਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜਾ ਫੈਡਰਲਿਜ਼ਮ ਦਾ ਕੁਐਸਚਨ ਹੈ, ਤਾਕਤਾਂ ਦੇ ਕੇਂਦਰੀਕਰਨ ਦਾ ਕੁਐਸਚਨ ਹੈ, ਇਹ ਦੋਨੋਂ ਇੱਕ ਦੂਜੇ ਦੇ ਵਿਰੋਧੀ ਨੇ। ਜੀ ਜੇ ਤਾਕਤਾਂ ਦੇ ਕੇਂਦਰੀਕਰਨ ਦੇ ਵਿਚਾਰ ਨਾਲ ਨਹੀਂ ਭਿੜਿਆ ਜਾਏਗਾ ਪੂਰੇ ਦੇਸ਼ ਦੇ ਵਿੱਚ, ਘੱਟੋ ਘੱਟ ਪੰਜਾਬ ਵਰਗੀ ਸਟੇਟ ਦੇ ਜਿਹੜੇ ਵੀ ਸਰਕਾਰ ਆਏ, ਉਹਨੂੰ ਸਰਕਾਰੀ ਪੱਧਰ 'ਤੇ ਵੀ ਅਤੇ ਅੰਦੋਲਨਾਂ ਦੇ ਪੱਧਰ 'ਤੇ ਵੀ ਪੰਜਾਬ ਦੇ ਲੋਕਾਂ ਨੂੰ ਫੈਡਰਲ ਕੁਐਸਚਨ ਉਠਾਉਣਾ ਹੀ ਪਏਗਾ ਲੰਬੇ ਸਮੇਂ ਲਈ ਪੰਜਾਬ ਨੂੰ ਬਿਹਤਰ ਬਣਾਉਣ ਦੇ ਵਾਸਤੇ। ਨਹੀਂ ਤਾਂ ਕੁਝ, ਮੇਰਾ ਨਹੀਂ ਖਿਆਲ ਹੈ ਕਿ ਬਹੁਤ ਵੱਡੀ ਗੱਲ ਹੋ ਸਕਦੀ। ਦੂਜੀ ਗੱਲ ਇਹ ਵੀ ਕਰਨੀ ਪਏਗੀ, ਔਰ ਜਿਹੜੇ ਬੰਦੇ ਇਹ ਕਹਿ ਰਹੇ ਨੇ ਕਿ ਜੀ ਕੁਝ ਬੰਦੇ ਇਹੋ ਜਿਹੇ ਹੋ ਸਕਦੇ ਨੇ ਜਿਹੜੇ ਪੰਜਾਬ 'ਚ ਕਹਿਣਗੇ ਵੀ ਫੈਡਰਲ ਸਟਰਕਚਰ 'ਤੇ ਸਹਿਮਤੀ ਹੈ ਜੀ ਸਾਡੀ, ਅਸੀਂ ਵੀ ਚਾਹੁੰਦੇ ਹਾਂ ਰਾਜਾਂ ਨੂੰ ਵੱਧ ਅਧਿਕਾਰ। ਜੀ ਪਰ ਤੁਸੀਂ ਕੇਵਲ ਰਾਜਾਂ ਨੂੰ ਇਹ ਵੱਧ ਅਧਿਕਾਰ ਚਾਹੁੰਦੇ ਹੋ। ਚੰਡੀਗੜ੍ਹ ਆਪਦੇ ਚੀਫ ਮਿਨਿਸਟਰ ਦੀ ਕੁਰਸੀ, ਜਿਵੇਂ ਬਾਕੀ ਕਹਿ ਰਹੇ ਨਾ ਚੀਫ ਮਿਨਿਸਟਰ ਤਕੜਾ ਹੋਵੇ ਸਭ ਕੁਝ ਕਰ ਦੂਗਾ, ਉਹ ਖੁਦਾ ਹੈ ਚੀਫ ਮਿਨਿਸਟਰ, ਉੱਪਰੋਂ ਡਿੱਗੇ। ਇੱਥੋਂ ਵਾਲੀ ਪਾਵਰ ਕਿਉਂ ਲੋਕਾਂ ਤੱਕ ਨਹੀਂ ਜਾਵੇ? ਬਿਲਕੁਲ। ਇਹ ਪਾਵਰ ਕਿਉਂ ਜ਼ਿਲ੍ਹਾ ਲੈਵਲ 'ਤੇ ਨਾ ਜਾਵੇ, ਕਿਉਂ ਤਹਿਸੀਲ ਲੈਵਲ 'ਤੇ ਨਾ ਜਾਵੇ, ਕਿਉਂ ਪਿੰਡ ਲੈਵਲ 'ਤੇ ਨਾ ਜਾਵੇ? ਅਤੇ ਜਿਹੜੀ 73ਵੀਂ ਸੰਵਿਧਾਨਕ ਸੋਧ ਹੈ ਅਤੇ 74ਵੀਂ ਸੰਵਿਧਾਨਕ ਸੋਧ ਹੈ, ਉਹਨੂੰ ਲਾਗੂ ਕਰਨ ਦਾ ਕਿਉਂ ਕੋਈ ਗੱਲ ਨਹੀਂ ਕਰ ਰਿਹਾ? ਉਹ ਸਾਰੇ ਡਿਪਾਰਟਮੈਂਟ ਨੀਚੇ ਤੱਕ ਜਾਣਗੇ, ਨੀਚੇ ਲੋਕ ਉਹਨਾਂ 'ਤੇ ਦਬਾਅ ਪਾਉਣਗੇ, ਜਵਾਬਦੇਹ ਹੋਣਗੇ, ਆਪਣੇ ਫੈਸਲੇ ਆਪ ਕਰਨ ਲੱਗਣਗੇ। ਕੋਈ ਇੱਕ ਬੰਦਾ ਚਾਹੇ ਸੋਨੇ ਦਾ ਬਣਾ ਕੇ ਬਿਠਾ ਦਿਓ, ਜੇ ਉਹ ਡਿਕਟੇਟਰਾਂ ਦਾ ਰੂਪ ਦੇ ਵਿੱਚ ਕਹੂੰਦਾ ਕਿ ਮੈਂ ਠੀਕ ਕਰ ਦਊਂਗਾ, ਇਹ ਸਭ ਤੋਂ ਹੰਕਾਰ ਔਰ ਸਭ ਤੋਂ ਅਲੱਗ ਟਾਈਪ ਦਾ ਮਾਮਲਾ ਹੈ। ਡੈਮੋਕ੍ਰੇਸੀ ਡੈਮੋਕ੍ਰੈਟਿਕ ਵੈਲਿਊ ਸਿਸਟਮ ਨਾਲ ਚੱਲਦੀ ਹੈ। ਵੈਲਿਊ ਸਿਸਟਮ ਇਹ ਕਹਿੰਦਾ ਜਿੰਨੀ ਤਾਕਤ ਵਿਕੇਂਦਰਿਤ ਕਰ ਦੋਗੇ ਤੁਸੀਂ, ਜੀ ਜਿੰਨੀ ਤਾਕਤ ਪਿੰਡ ਦੀ, ਮੁਹੱਲੇ 'ਚ, ਪਿੰਡ ਦੀ ਪਿੰਡ 'ਚ, ਸ਼ਹਿਰ ਦੀ ਸ਼ਹਿਰ 'ਚ, ਤਹਿਸੀਲ ਬਲਾਕ, ਓਨਾ ਹੀ ਜ਼ਿਆਦਾ ਬਿਹਤਰ ਕੰਮ ਹੁੰਦੇ ਨੇ। ਦੁਨੀਆ ਦੇ ਉਹ ਦੇਸ਼ ਮਿਸਾਲ ਇਸੇ ਕਰਕੇ ਨੇ ਕਿਉਂਕਿ ਉੱਥੇ ਤਾਕਤਾਂ ਦਾ ਤਵਾਜ਼ਨ ਜਿਹੜਾ ਇੰਨਾ ਵੰਡਿਆ ਹੋਇਆ ਹੈ। ਕੋਈ ਬੰਦੇ ਇੰਨੇ ਪਾਵਰਫੁਲ ਨਹੀਂ ਹੈ ਜਿਹੜੇ ਬੰਦਿਆਂ ਦੇ ਹੱਥ 'ਚ ਗੇਮ ਖੇਡਦੀ ਹੋਵੇ। ਜੀ ਤਾਂ ਉਹ ਜਿਹੜਾ ਅਗਲਾ ਸਵਾਲ ਹੈ ਫੈਡਰਲਿਜ਼ਮ ਦੇ ਨਾਲ ਲੋਕਾਂ ਦੀ ਇੰਪਾਵਰਮੈਂਟ ਦਾ, ਇਹ ਕਿਸੇ ਦੇ ਏਜੰਡੇ ਦਾ ਹਿੱਸਾ ਨਹੀਂ। ਇਹ ਪੋਲੀਟੀਕਲ ਰੀਸਟਰਕਚਰਿੰਗ ਦਾ ਸਵਾਲ ਹੈ, ਸਿਆਸੀ ਤੌਰ 'ਤੇ ਮੁੜ ਢਾਂਚਾ ਬਣਾਉਣ ਦਾ ਜਿਹੜਾ ਇੱਕ ਕੁਐਸਚਨ ਹੈ, ਉਹ ਵੀ ਇੱਕ ਬੜਾ ਵੱਡਾ ਸਵਾਲ ਹੈ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਏਜੰਡੇ ਦੇ ਰੂਪ ਦੇ ਵਿੱਚ ਤੁਸੀਂ ਕਹਿੰਦੇ ਰੁਜ਼ਗਾਰ ਦੇ ਦਾਂਗੇ, ਤੁਸੀਂ ਪਾਰਟੀਕੂਲਰ ਕੋਈ ਗੱਲ ਨਹੀਂ ਕਰਦੇ। ਹੁਣ ਤੱਕ ਰੁਜ਼ਗਾਰ ਕਿਉਂ ਨਹੀਂ ਮਿਲ ਰਿਹਾ? ਬਿਲਕੁਲ। ਇਹ ਤਾਂ ਨਹੀਂ ਇਕੱਲਾ ਪੈਸੇ ਦਾ ਸਵਾਲ ਹੈ, ਪੈਸੇ ਤੋਂ ਬਿਨਾਂ ਵੀ ਬਹੁਤ ਸਵਾਲ ਨੇ। ਔਰ ਪੈਸੇ ਤੋਂ ਬਿਨਾਂ ਮੰਨ ਲਓ ਮਨਰੇਗਾ ਦੀ ਗੱਲ ਕਿੰਨੇ ਵਾਰ ਆਪਾਂ ਪਹਿਲਾਂ ਵੀ ਕੀਤੀ ਹੈ। ਇਹ ਤਾਂ ਪੈਸਾ ਗੌਰਮੈਂਟ ਆਫ ਇੰਡੀਆ ਤੋਂ ਹੋਣਾ। ਤੁਹਾਡੀਆਂ ਸਰਕਾਰਾਂ ਨੇ, ਤੁਸੀਂ ਸਾਰੇ ਬੰਦੇ ਹੋ, ਤੁਸੀਂ ਆਪੋ ਆਪਣੇ ਹੋ, ਜਾਂ ਕੇਜਰੀਵਾਲ ਇਹ ਕਹੇ ਕਿ ਜਿੰਨੇ ਕੁ ਪਿੰਡ ਦੇ ਉੱਥੇ ਮਨਰੇਗਾ 'ਚ ਮੈਂ ਕੀ ਕੀਤਾ, ਜਾਂ ਕੋਈ ਇੱਥੋਂ ਦੀ ਹੋਰ ਪਾਰਟੀ ਕਹੇ ਕਿ ਜਿਹੜਾ 100 ਦਿਨ ਦਾ ਫੰਡਾਮੈਂਟਲ ਰਾਈਟ ਸੰਵਿਧਾਨ ਨੇ ਦਿੱਤਾ ਹੈ ਜੀ, ਉਹ ਤੁਸੀਂ ਲਾਗੂ ਕਰਨ ਦੇ ਲਾਇਕ ਨਹੀਂ ਹੋ ਜੇ ਅੱਜ ਤੱਕ, ਤਾਂ ਫਿਰ ਤੁਸੀਂ ਕਿਵੇਂ ਕਾਬਲ ਲੋਕ ਯਕੀਨ ਕਰਨਗੇ? 20,58,000 ਜੌਬ ਕਾਰਡ ਪੰਜਾਬ ਦਾ ਬੰਦਾ, ਪੰਜਾਬ ਦਾ ਪਰਿਵਾਰ ਬਣਾਈ ਬੈਠਾ। 20,58,000 ਜੌਬ ਕਾਰਡ ਦਾ ਮਤਲਬ ਇੱਕ ਬੰਦਾ ਨਹੀਂ ਹੈ, ਉਹ ਪਰਿਵਾਰ ਨੇ, ਕਿਉਂਕਿ ਪਰਿਵਾਰ ਦਾ ਬਣਦਾ ਹੈ ਪਿੰਡਾਂ ਦਾ। ਉਹ ਸ਼ਹਿਰਾਂ 'ਚ ਨਹੀਂ ਹੈ ਐਕਟ, ਉਹ ਪਿੰਡਾਂ ਦੇ ਵਿੱਚ ਹੈ। ਜੇ ਪਿੰਡਾਂ ਦੇ ਵਿੱਚ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਹੋਵੇ, ਪਤਾ ਨਹੀਂ ਕਿੰਨੇ ਵੱਧ ਜੂਗੀ ਉਹ, ਜਿਹੜੀ ਕਿ ਗੱਲ ਕਰਨ ਦੀ ਲੋੜ ਹੈ। ਤਾਂ ਇੰਨੇ ਪਰਿਵਾਰਾਂ ਦੀ ਇੱਕ ਡਿਮਾਂਡ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਅਤੇ ਤੁਸੀਂ ਉਹਨੂੰ ਇੰਪਲੀਮੈਂਟ ਕਰ ਸਕਦੇ ਸੀ, ਪਰ ਕਿਉਂਕਿ ਉਹਦੇ 'ਚ ਗ੍ਰਾਮ ਸਭਾਵਾਂ ਦੀ ਸਰਗਰਮ ਜ਼ਰੂਰਤ ਹੈ, ਉਹਦੇ 'ਚ ਬਜਟ ਹੇਠਾਂ ਬਣਨਾ ਹੈ, ਉਹਦੇ 'ਚ ਲੋਕਾਂ ਨੂੰ ਮੰਗ ਦੇ ਆਧਾਰ 'ਤੇ ਰੁਜ਼ਗਾਰ ਦੇਣਾ, ਉਹ ਤੁਹਾਡੇ ਲਈ ਖੈਰਾਤ ਨਹੀਂ ਲੱਭ ਰਹੇ। ਔਰ ਤੁਹਾਡੀਆਂ ਸਾਰੀਆਂ ਸਕੀਮਾਂ ਦੇ ਉਲਟ ਹੈ। ਉਹ ਕਹਿੰਦਾ ਮੈਨੂੰ ਰੁਜ਼ਗਾਰ ਦਿਓ, ਇੱਥੇ ਮੇਰਾ ਰੁਜ਼ਗਾਰ ਪਿਆ, ਇਹ ਮੈਂ ਅਰਜ਼ੀ ਦੇ ਰਿਹਾ,
ਮੈਨੂੰ ਉਹ 100 ਦਿਨ ਦੇ ਦਿਓ, ਮੈਨੂੰ ਤੁਹਾਡਾ 1000 ਜਾਂ 2000 ਰੁਪਇਆ ਨਹੀਂ ਚਾਹੀਦਾ। ਜੀ ਇਹ ਕਿਉਂ ਨਹੀਂ ਦਿੰਦੇ ਜੀ? ਫਿਰ ਕੰਸਟਰਕਸ਼ਨ ਵਰਕਰ ਵੈਲਫੇਅਰ ਫੰਡ ਹੈ ਆਲਰੇਡੀ ਪਿਆ 500 ਕਰੋੜ ਤੋਂ ਜ਼ਿਆਦਾ ਸਾਡੇ ਪਿਆ, ਔਰ ਸਾਰੇ ਜਿਹੜੇ ਗਰੀਬ ਬੀਬੀਆਂ ਨੂੰ, ਗਰੀਬ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਤੇ ਸਾਰੀਆਂ ਸਕੀਮਾਂ ਦੇ ਦਿਓ। ਦਿੰਦੇ ਕਿਉਂ ਨਹੀਂ ਹੋ? ਉਹਨਾਂ ਨੂੰ ਕਿਉਂ ਇਨਰੋਲ ਨਹੀਂ ਕਰਦੇ? ਅੱਜ ਤੱਕ ਕਿਉਂ ਨਹੀਂ ਦਿੱਤੇ? ਅੱਜ ਤੱਕ ਕਿਉਂ ਨਹੀਂ ਕਿਸੇ ਨੇ ਮੱਥਾਮਾਰੀ ਕੀਤੀ? ਉਹ ਵੀ ਤਾਂ ਇੱਕ ਸਾਧਨ ਹੈ ਉਸ ਬੜੇ ਵੱਡੇ ਪੱਧਰ ਤੇ ਐਗਜ਼ਿਸਟਿੰਗ, ਹੁਣ ਇਹ ਮੌਜੂਦ ਇਦੋਂ ਪਹਿਲਾਂ ਹੀ ਹੈ ਜਿਹੜਾ। ਇਸੇ ਤਰੀਕੇ ਦੇ ਜਿਹੜੇ ਬਾਕੀ ਦੇ ਸਵਾਲ ਨੇ, ਜਿਹੜੇ ਮਾਫੀਆ ਦੇ ਸਵਾਲ ਨੇ, ਤੁਸੀਂ ਕਹਿੰਦੇ ਹੋ ਮਾਫੀਆ ਤੋੜ ਦਾਂਗੇ, ਐਂ ਕਰ ਦਾਂਗੇ, ਔਰ ਜਿਹੜਾ ਮਾਫੀਆ ਜੇ ਤੁਹਾਡੇ ਇਰਦ ਗਿਰਦ ਮਾਫੀਆ ਹੀ ਪਿਆ ਹੈ, ਜੇ ਟਿਕਟਾਂ ਮਾਫੀਆ ਦੇ ਬੰਦੇ ਲੈ ਰਹੇ ਨੇ, ਜੇ ਬਾਕੀ ਦੀਆਂ ਚੀਜ਼ਾਂ ਮਾਫੀਆ ਦੇ ਬੰਦੇ ਕਰ ਰਹੇ ਨੇ, ਤਾਂ ਉਹ ਟੁੱਟੂਗਾ ਕਿਵੇਂ? ਬਿਲਕੁਲ। ਉਹਦੇ 'ਚ ਇੱਕ ਉਹ ਵੀ ਤਾਂ ਬੰਦੇ ਵੀ ਤਾਂ ਅਲੱਗ ਖੇਤਰ 'ਚੋਂ ਲਿਆਉਣੇ ਪੈਣਗੇ, ਬੰਦੇ ਵੀ ਵੱਖਰੀ ਨੀਅਤ ਦੇ, ਵੱਖਰੀ ਅਪਰੋਚ ਦੇ, ਵੱਖਰੀ ਵਿਚਾਰਧਾਰਾ ਦੇ ਲਿਆਉਣੇ ਪੈਣਗੇ। ਔਰ ਜਿਵੇਂ ਇੱਕ ਕਿਸਾਨ ਅੰਦੋਲਨ ਨੇ ਇਹ ਅਪਰੋਚ ਖਰੀਦੀ, ਠੀਕ ਹੈ, ਉਹ ਬਹੁਤ ਲੰਮੇ ਸਮੇਂ ਦਾ ਇੱਕ ਏਜੰਡਾ ਹੈ, ਪਰ ਸ਼ੁਰੂ ਇੱਥੋਂ ਹੀ ਕਰਨਾ ਪਏਗਾ ਕਿ ਕਾਰਪੋਰੇਟ ਵਿਕਾਸ ਦਾ ਮਾਡਲ ਜਿਹੜਾ ਹੈ ਉਹ ਭਵਿੱਖ ਦਾ ਮਾਡਲ ਨਹੀਂ ਹੋ ਸਕਦਾ ਪੰਜਾਬ ਦੇ। ਜਿਹੜੀ ਵੀ ਧਿਰ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਉਵੇਂ ਹੀ ਅਪਣਾਏਗੀ, ਪਰ ਕਹੇਗੀ ਮੈਂ ਪੰਜਾਬ ਸੁਧਾਰ ਦੂੰਗੀ, ਜੇ ਉਹਨੂੰ ਚੁਣੌਤੀ ਨਹੀਂ ਦਿੰਦੀ ਲਿਖ ਕੇ ਵੀ ਔਰ ਜ਼ੁਬਾਨੀ ਤਰੀਕਿਆਂ ਦੇ ਨਾਲ ਵੀ, ਤਾਂ ਉਹ ਪੰਜਾਬ ਦਾ ਭਵਿੱਖ ਨਹੀਂ ਸੁਧਾਰ ਸਕੇਗੀ। ਫੈਡਰਲਿਜ਼ਮ, ਵਿਕੇਂਦਰੀਕਰਨ ਤੇ ਕਾਰਪੋਰੇਟ, ਇਹ ਤਿੰਨ ਵੱਡਾ ਏਜੰਡੇ ਦੇ ਤੌਰ ਤੇ ਰੀਸਟਰਕਚਰਿੰਗ ਦੇ ਸਵਾਲ ਤੇ ਪੰਜਾਬ ਦੇ ਵਿੱਚ ਜਿਹੜਾ ਆਉਣਾ ਚਾਹੀਦਾ। ਬਾਕੀ ਸਿੱਖਿਆ ਇੱਕੋ ਜਿਹੀ ਕਿਉਂ ਨਾ ਹੋਵੇ, ਗੁਆਂਢੀ ਸਕੂਲ ਦਾ ਸਵਾਲ ਕਿਉਂ ਨਾ ਹੋਵੇ, ਕਿਉਂ ਅਲੱਗ-ਅਲੱਗ ਤਰ੍ਹਾਂ ਦੇ ਸਕੂਲ ਹੋਣ, ਹਸਪਤਾਲ ਇੱਕੋ ਜਿਹੇ ਕਿਉਂ ਨਾ ਹੋਣ। ਤੁਸੀਂ ਇਸ ਲਈ ਇੱਕੋ ਵੱਡੀ ਕਲਾਸ ਤੋਂ ਡਰਦੇ ਹੋ, ਜਿਹੜੀ ਕਲਾਸ ਉੱਪਰ ਬੈਠੀ ਹੈ, ਪੜ੍ਹੀ ਲਿਖੀ ਕਲਾਸ, ਜਿਨ੍ਹਾਂ ਦੇ ਸਭ ਦੇ ਜਵਾਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਤੁਸੀਂ ਇਹ ਤੋਂ ਇਹ ਝਿਜਕਦੇ ਹੋ ਵੀ ਉਹ ਨਾਰਾਜ਼ ਹੋ ਜਾਏਗੀ, ਉਹ ਓਪੀਨੀਅਨ ਮੇਕਰ ਕਲਾਸ ਹੈ। ਤੇ ਜੇ ਤੁਸੀਂ ਕਹੋਗੇ ਜੇ ਵਿਦੇਸ਼ਾਂ ਦੀ ਉਹ ਨਕਲ ਮਾਰਦੇ ਤਾਂ ਨੇਬਰਹੁੱਡ ਸਕੂਲ ਲਿਆਓ, ਗੁਆਂਢੀ ਸਕੂਲ 'ਚ ਸਭ ਦੇ ਜਵਾਕ ਪੜ੍ਹਨਗੇ। ਇਹ ਫੈਸਲਾ ਕਿਉਂ ਪੰਜਾਬ ਦੀ ਸਰਕਾਰ ਨਹੀਂ ਕਰ ਸਕਦੀ? ਔਰ ਇਲਾਹਾਬਾਦ ਹਾਈ ਕੋਰਟ ਦੀ ਜੱਜਮੈਂਟ 18 ਅਗਸਤ 2015 ਦੀ, ਕਿ ਜਿਹੜੇ ਬੰਦੇ ਆ ਵੀ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਂਦੇ ਨੇ ਜਾਂ ਇੱਕ ਪੈਸਾ ਲੈਂਦੇ ਨੇ, ਉਹ ਸਭ ਦੇ ਬੱਚੇ ਨੇੜਲੇ ਸਕੂਲਾਂ 'ਚ ਜਾਣੇ ਚਾਹੀਦੇ ਨੇ। ਜਾਂ ਇਸ ਨੂੰ ਰੱਦ ਕਰੋ, ਤੁਸੀਂ ਕਹੇ ਤਾਂ ਹੋ ਹੀ ਨਹੀਂ ਸਕਦਾ ਜੀ, ਸੁਸਾਇਟੀ ਤਾਂ ਐਵੇਂ ਹੀ ਰਹੂਗੀ। ਇਸ ਲਈ ਜਿਹੜੇ ਬੁਨਿਆਦੀ ਪੱਖ ਨੇ, ਜਿਹੜੇ ਜਿਸ ਤਰੀਕੇ ਨਾਲ ਠੀਕ ਹੋ ਸਕਦੇ ਨੇ, ਉਸ ਤਰੀਕੇ ਦੇ ਜਿਹੜੇ ਸਟੈਂਡ ਲੈਣ ਦੇ ਕੁਐਸਚਨ ਨੇ, ਇਹ ਕਾਫੀ ਵੱਡੇ ਨੇ, ਔਰ ਇਹਨਾਂ ਤੇ ਮਤਲਬ ਜ਼ੋਰ ਲਾਉਣ ਦੀ ਲੋੜ ਹੈ। ਔਰ ਇਸੇ ਕਰਕੇ ਉਹਦੇ 'ਚੋਂ ਨਿਕਲੇਗਾ। ਔਰ ਜਿੰਨੀਆਂ ਟਿਕਟਾਂ ਕ੍ਰਿਮੀਨਲਾਂ ਨੂੰ ਦੇਣਗੇ, ਪਹਿਲਾਂ ਟਿਕਟਾਂ ਦੇ ਕੁਐਸਚਨ ਨੇ, ਪਹਿਲਾਂ ਰੌਲਾ ਇੱਥੇ ਪਵੇਗਾ ਜੀ। ਪੋਲੀਟੀਕਲੀ ਸਿਲੈਕਸ਼ਨ ਆਫ ਕੈਂਡੀਡੇਟ ਬਹੁਤ ਵੱਡਾ ਕੁਐਸਚਨ ਹੈ। ਪਾਰਟੀਆਂ 37% ਪਾਰਲੀਮੈਂਟ ਦੇ ਵਿੱਚ ਕ੍ਰਿਮੀਨਲ ਬੈਕਗਰਾਊਂਡ ਵਾਲੇ ਬੰਦੇ ਨੇ। ਐਤਕੀ ਦੇਖ ਲਿਓ, ਸਾਰਿਆਂ ਦੇ ਆ ਜਾਣਗੇ ਐਫੀਡੈਵਿਟ ਸਭ ਦੇ ਸਾਹਮਣੇ, ਔਰ ਕਿੰਨੇ ਬੰਦੇ ਕਿਹੜੀ ਪਾਰਟੀ ਦੇ ਕ੍ਰਿਮੀਨਲ ਬੈਕਗਰਾਊਂਡ ਦੇ ਪਰਚਿਆਂ ਵਾਲੇ ਦਰਜ ਨੇ। ਤੇ ਜੇ ਸਿਲੈਕਸ਼ਨ ਆਫ ਕੈਂਡੀਡੇਟ ਹੇਠੋਂ ਨਹੀਂ ਹੁੰਦੀਆਂ, ਜਿਵੇਂ ਬਾਕੀ ਜਗ੍ਹਾ ਪ੍ਰਾਇਮਰੀ 'ਚ ਹੁੰਦੀਆਂ ਨੇ, ਆਪਦੇ ਹੀ ਵਰਕਰਾਂ 'ਚੋਂ ਪੁੱਛ ਕੇ ਨਹੀਂ ਹੁੰਦੀਆਂ ਕਿ ਕਿਹੜਾ ਬੰਦਾ ਸਾਡੇ ਲਈ ਠੀਕ ਹੈ, ਕਿਹੜਾ ਬੰਦਾ ਨਹੀਂ ਹੈ, ਤਾਂ ਤੁਸੀਂ ਨਹੀਂ ਠੀਕ ਬਹੁਤ ਵੱਡਾ ਕੁਝ ਕਰ ਸਕਦੇ ਉਸ ਪੱਧਰ ਦੇ ਉੱਤੇ। ਉਹ ਤਰੀਕਾ ਵੀ ਬਦਲਣ ਦਾ ਸਵਾਲ ਹੈ, ਬਦਲਣਾ ਪਏਗਾ। ਜੇ ਤੁਸੀਂ ਆਪਣੇ ਆਪ ਨੂੰ ਰਾਈਟ ਟੂ ਰੀਕਾਲ ਦੇ ਲਈ ਪਰ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕਰਦੇ ਕਿ ਜੇ ਸਾਡੇ ਤੋਂ ਨਾ ਹੋਇਆ ਅਸੀਂ ਵਾਪਸ ਆਉਣ ਲਈ ਤਿਆਰ ਆ, ਉਦੋਂ ਪਹਿਲਾਂ ਲੋਕਾਂ ਨੂੰ ਹੱਕ ਨਹੀਂ ਦੇਣ ਲਈ ਤਿਆਰ, ਤਾਂ ਤੁਸੀਂ ਕੀ ਕਰੋਗੇ ਉਸ ਮਾਮਲੇ 'ਚ? ਇਸ ਲਈ ਡੈਮੋਕ੍ਰੇਸੀ ਦੇ ਮਾਡਲ ਤੇ ਡਿਬੇਟ ਦਾ ਕੁਐਸਚਨ ਹੈ, ਔਰ ਉਹ ਮਾਡਲ ਦੇ ਪ੍ਰਤੀ ਤੁਸੀਂ ਕਿਹੜੇ ਪਾਸੇ ਖੜੇ ਹੋ, ਲੋਕਾਂ ਨੂੰ ਅਧਿਕਾਰ ਦੇਣ ਵਾਲੇ ਪਾਸੇ ਜਾਂ ਆਪ ਅਧਿਕਾਰ ਲੈਣ ਵਾਲੇ ਪਾਸੇ, ਉਹਨਾਂ ਤੇ ਡਿਬੇਟ ਦੇ ਸਵਾਲ ਹੈ। ਤਾਂ ਜਾ ਕੇ ਇੱਕ ਕੋਈ ਗੱਲ ਪੰਜਾਬ ਦੇ ਮਾਮਲੇ ਦੇ ਵਿੱਚ ਮੇਰਾ ਖਿਆਲ ਹੈ ਬਹੁਤ ਬਾਖੂਬੀ ਬਿਹਤਰ ਤਰੀਕੇ ਦੀ ਹੋ ਸਕਦੀ ਹੈ। ਨਹੀਂ ਤਾਂ ਠੀਕ ਹੈ, ਗੱਲਾਂ ਬਾਤਾਂ ਨੇ, ਜਜ਼ਬਾਤ ਵੀ ਕਈ ਵਾਰ ਹੁੰਦੇ ਨੇ ਤੇ ਬਾਕੀ ਗੱਲਾਂ ਹੁੰਦੀਆਂ ਨੇ। ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਸੌਰਨਾ ਨਹੀਂ ਹੈ, ਇੱਕ ਨਵੀਂ ਅਪਰੋਚ ਤੇ ਖੜਨ ਵਾਲੇ ਬੰਦੇ ਤੇ ਸਾਰੀਆਂ ਚੀਜ਼ਾਂ ਨੂੰ ਉਸ ਪਾਸੇ ਵੱਲ ਲਿਜਾਣ ਦੇ ਲਈ ਇੱਕ ਮਿਸ਼ਨਰੀ ਝੀਲ ਜਿਹੜੀ ਹੈ, ਉਹ ਸਾਰੀਆਂ ਚੀਜ਼ਾਂ ਦੀ ਲੋੜ ਜੀ। ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅੱਜ 1 ਮਹੀਨਾ 2 ਦਿਨ ਦਾ ਪੂਰਾ ਸਮਾਂ ਰਹਿ ਚੁੱਕਾ ਹੈ, ਤੇ ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਪੰਜਾਬ ਦੇ ਵਿੱਚ ਦਲ ਬਦਲੀਆਂ ਦਾ ਜ਼ੋਰ ਵੀ ਜਿਹੜਾ ਹੈਗਾ ਬਹੁਤ ਵੱਧਦਾ ਜਾ ਰਿਹਾ, ਬਹੁਤ ਵੱਡੇ ਪੱਧਰ ਤੇ ਜੋੜ ਤੋੜ ਚੱਲ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਇਹ ਦਲ ਬਦਲੀਆਂ ਨੂੰ ਕਿਵੇਂ ਦੇਖਦੇ ਹੋ? ਦਲ ਬਦਲੀ ਇੱਕ ਬਹੁਤ ਬੜਾ ਕੁਐਸਚਨ ਹੈ ਇਸ ਦੇਸ਼ ਦੇ ਵਿੱਚ, ਔਰ ਆਇਆ ਰਾਮ ਗਿਆ ਰਾਮ ਇੱਥੋਂ ਸਟਾਰਟ ਹਰਿਆਣੇ ਤੋਂ ਹੋਇਆ ਸੀ ਬੜਾ ਪਹਿਲਾਂ, ਕਿਉਂਕਿ ਜਦੋਂ ਸਿਆਸੀ ਕਦਰਾਂ ਕੀਮਤਾਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਨੇ ਤੇ ਉਹ ਇੰਨੀਆਂ ਨੀਚੇ ਚਲੇ ਜਾਂਦੀਆਂ ਨੇ, ਤਾਂ ਬੰਦਾ ਕੇਵਲ ਕੁਰਸੀ ਦੇਖਦਾ, ਉਹ ਸਿਧਾਂਤ ਨਹੀਂ ਦੇਖਦਾ, ਉਹ ਅਪਰੋਚ ਨਹੀਂ ਦੇਖਦਾ। ਜਿੰਨੇ ਸਾਰੇ ਸੱਜਣ ਤੁਰੇ ਫਿਰਦੇ ਨੇ, ਔਰ ਕਿੰਨੀਆਂ ਪਾਰਟੀਆਂ 'ਚ ਜਾ ਕੇ ਤੁਸੀਂ ਵੱਡੇ ਵੱਧ ਸਕਦੇ ਹੋ, ਉਹ ਅਲੱਗ ਗੱਲ ਹੈ, ਪਰ ਤੁਹਾਡਾ ਕੋਈ ਥਾਟ ਪ੍ਰੋਸੈਸ ਨਹੀਂ ਹੈ। ਕੀ ਤੁਸੀਂ ਕਿਹੜੀ ਆਈਡੀਓਲੋਜੀ ਨਾਲ ਖੜੇ ਹੋ? ਕੀ ਬੀਜੇਪੀ ਦੀ ਹਿੰਦੂਤਵ ਦੀ ਆਈਡੀਓਲੋਜੀ ਤੁਹਾਨੂੰ ਸ਼ੂਟ ਕਰਦੀ ਹੈ? ਕੀ ਕਿਸੇ ਕੌਮ ਸੈਕੂਲਰ ਆਈਡੀਓਲੋਜੀ ਸ਼ੂਟ ਕਰਦੀ ਹੈ ਤੁਹਾਨੂੰ ਉਸ ਲੈਵਲ ਦੇ ਹੋ? ਕੀ ਤੁਸੀਂ ਪੰਥਕ ਆਈਡੀਓਲੋਜੀ ਨਾਲ ਹੋ, ਕਿਹਦੇ ਨਾਲ ਹੋ, ਜਾਂ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਨਜ਼ਰੀਏ ਦੇ ਨਾਲ ਹੋ, ਜਿਹੜੇ ਵੀ ਨਜ਼ਰੀਏ ਤੁਹਾਡੇ ਕੋਲ ਨੇ ਜੀ। ਪਰ ਇਹਦੇ ਲਈ ਫਿਰ ਲਿਆਂਦਾ ਸੀ, ਉਹ ਨਜ਼ਰੀਆ ਟੁੱਟ ਗਿਆ। ਕਹਿੰਦੇ ਵੀ ਵਿਚਾਰਧਾਰਾ ਕੋਈ ਮਤਲਬ ਨਹੀਂ ਹੁੰਦਾ, ਠੀਕ ਹੈ ਜੀ, ਪ੍ਰੈਗਮੈਟਿਕ ਪੋਲੀਟਿਕਸ ਕਰੋ। ਮਤਲਬ ਪ੍ਰੈਗਮੈਟਿਕ ਵੀ ਪ੍ਰੈਕਟੀਕਲ, ਅਮਲੀ ਪਰ ਕਰੋ। ਸਿਆਸਤ ਤਾਂ ਪ੍ਰੈਕਟੀਕਲ ਹੁੰਦੀ ਹੈ, ਐ ਨਹੀਂ ਹੁੰਦੀ ਜਿਹੜੇ ਸਿਧਾਂਤਾਂ ਤੇ ਹੁੰਦੀ। ਉਹਨੇ ਲਿਆ ਕੇ ਇੱਥੇ ਖੜੇ ਕਰਤਾ ਵੀ ਜਿੱਧਰ ਮਰਜ਼ੀ ਵਗ ਜਾਓ, ਫਿਰ ਬਕਾਊ ਮਾਰ ਲੈ, ਫਿਰ ਕੋਈ ਮਤਲਬ ਨਹੀਂ ਹੈ।
ਫਿਰ ਇਹ ਐਂਟੀ ਡਿਫੈਕਸ਼ਨ ਲਾ ਲਿਆਏ ਉਹਨੂੰ ਰੋਕਣ ਵਾਸਤੇ, ਦਲ ਬਦਲੀ ਵਿਰੋਧੀ ਕਾਨੂੰਨ। ਹੁਣ ਉਹ ਦਲ ਬਦਲੀ ਵਿਰੋਧੀ ਕਾਨੂੰਨ ਨੇ ਇਹੀ ਸੰਘੀ ਨੱਪੀ ਹੋਈ ਹੈ ਆਪਣੇ ਵਰਕਰਾਂ ਦੀ ਅਤੇ ਆਪਣੇ MLA ਆਪਣੇ MPਆਂ ਦੀ। ਉਹ ਪਾਰਟੀ ਪ੍ਰਧਾਨਾਂ ਜਾਂ ਜਿਨ੍ਹਾਂ ਦਾ ਦਬਦਬਾ ਉਹ ਤੋਂ ਬਾਹਰ ਜਾ ਹੀ ਨਹੀਂ ਸਕਦੇ ਜੀ। ਤੇ ਇਹੀ ਤਾਂ ਮਾਡਲ 'ਚ ਵੀ ਇੱਕ ਗੱਲ ਸਾਹਮਣੇ ਕਰਨ ਦਾ ਕੁਐਸਚਨ ਹੈ ਕਿ ਜੇ ਐਂਟੀ ਡਿਫੈਕਸ਼ਨ ਲਾ ਵਾਪਸ ਹੋਵੇ ਤੇ ਜੇ ਬੰਦੇ ਇਹੋ ਜਿਹੇ ਆਉਣ ਜਿਨ੍ਹਾਂ ਤੇ ਤੁਹਾਨੂੰ ਯਕੀਨ ਕਰਨਾ ਪਵੇ, ਬੰਦੇ ਲੋਕਾਂ ਪ੍ਰਤੀ ਜਵਾਬਦੇਹ ਹੋਣ, ਪਾਰਟੀ ਪ੍ਰਧਾਨ ਪ੍ਰਤੀ ਜਵਾਬ ਨਾ ਦੇਣਾ ਹੋਣ। ਡੈਮੋਕ੍ਰੇਸੀ ਹੇਠਾਂ ਜਵਾਬਦੇਹੀ ਮੰਗਦੀ ਹੈ, ਉੱਪਰ ਜਵਾਬਦੇਹੀ ਨਹੀਂ ਮੰਗਦੀ। ਹੁਣ ਇਹਨਾਂ ਨੇ ਇਹ ਕਰ ਲਿਆ ਵੀ ਪੂਰੀ ਦੀ ਪੂਰੀਆਂ ਪਾਰਟੀਆਂ ਆਪਣੇ ਜਜ਼ਬ ਕਰ ਲਓ, ਜਿੰਨੇ ਮਰਜ਼ੀ ਬੰਦੇ ਲੈ ਆਓ, ਉਦੋਂ ਪਹਿਲਾਂ ਹੀ ਦਲ ਬਦਲੀ ਕਰਾ ਲਓ। ਪਹਿਲਾਂ ਤਾਂ ਇਹ ਹੋ ਗਿਆ ਚੋਣਾਂ ਤੋਂ ਪਹਿਲਾਂ ਬਲਕ 'ਚ ਦਲ ਬਦਲੀ ਕਰਾਓ ਜੀ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ, ਐਡਾ ਵੱਡਾ ਅੰਦੋਲਨ ਹੈ। BJP ਨੂੰ ਲੋਕ ਚਿਮਟੇ ਨਾਲ ਚੱਕਣ ਲਈ ਤਿਆਰ ਨਹੀਂ ਸੀ। ਪਹਿਲਾਂ ਵੀ ਪੰਜਾਬ ਤੋਂ ਬੇਵਕੂਫੀ ਹੋਈ ਹੈ BJP ਨਾਲ ਜੁੜਨ ਦੀ, ਤੇ ਅੱਜ ਫਿਰ ਪੰਜਾਬ ਬੇਵਕੂਫੀ ਮੈਨੂੰ ਲੱਗਦਾ ਕਰ ਰਿਹਾ ਉਸ ਪੱਧਰ ਦੀ। ਜਦੋਂ 1996 ਦੇ ਵਿੱਚ BJP ਇੰਨੀਆਂ ਵੋਟਾਂ ਤਾਂ ਨਹੀਂ ਸੀ ਉਹਨੂੰ ਆਈਆਂ ਕਿ ਉਹ ਬਣ ਜੇ ਤੇ ਅਲਾਇੰਸ ਕਰਨ ਲਈ ਕੋਈ ਤਿਆਰ ਨਹੀਂ। ਉਦੋਂ ਪਹਿਲਾ ਗਰੁੱਪ ਸ਼੍ਰੋਮਣੀ ਅਕਾਲੀ ਦਲ ਸੀ ਬਿਲਕੁਲ, ਜਿਹਨੇ BJP ਨੂੰ ਅਨਕੰਡੀਸ਼ਨਲ ਸਪੋਰਟ ਦਿੱਤੀ ਜੀ। ਫਿਰ ਹੌਲੀ ਹੌਲੀ ਉਦੋਂ BJP ਨੂੰ ਇਹ ਕਹਿੰਦੇ ਸੀ ਕਿ ਇਹ ਖਾਸ ਤੌਰ 'ਤੇ ਹਿੰਦੂਤਵ ਬਹੁਗਿਣਤੀ ਦੇ ਗੱਲ ਨੂੰ ਉਭਾਰਦੀ ਹੈ, ਬਾਕੀ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਨਹੀਂ ਹੈ। ਜਦੋਂ ਇਹ ਚਲੇ ਗਏ ਚਲਦੇ ਚਲਦੇ ਫਿਰ ਹੋਰ ਆਏ, ਫਿਰ ਮਿਕਸ ਮਿਲਗੋਭਾ ਹੋ ਗਿਆ ਤੇ ਜਿਹਦੇ ਕਰਕੇ ਉਹਨਾਂ ਦੀ ਪੰਥਕ ਪਛਾਣ ਜਾਂ ਬਾਕੀ ਪਛਾਣਾਂ 'ਤੇ ਵੀ ਸਵਾਲ ਹੋਏ ਨੇ ਤੇ ਇਹ ਸਭ ਦੇ ਸਾਹਮਣੇ ਹੈ। ਹੁਣ ਤੁਸੀਂ ਦੇਖੋ ਡਬਲ ਹੋ ਰਿਹਾ ਹੈ। UP ਦੇ ਵਿੱਚ ਅੱਜ ਦੂਜਾ ਮੰਤਰੀ ਰਿਜ਼ਾਈਨ ਕਰ ਗਿਆ ਜੀ। ਕੱਲ ਇੱਕ ਨੇ ਕੀਤਾ ਸੀ, ਅੱਜ ਦੂਜਾ ਕਰ ਗਿਆ। 5 MLA ਕਹਿੰਦੇ ਨੇ ਅਸੀਂ ਰਿਜ਼ਾਈਨ ਕਰ ਰਹੇ ਹਾਂ। ਕੀ ਕਹਿ ਰਹੇ ਨੇ ਉਹ? 4 ਗੱਲਾਂ ਕਹਿ ਰਹੇ ਨੇ ਕਿ ਕਿਉਂ ਰਿਜ਼ਾਈਨ ਕਰ ਰਿਹਾ। ਹਾਲਾਂਕਿ ਉਹ ਵੀ ਸੱਤਾ ਦੇ ਖਾਸ ਲੱਗਦਾ ਮੈਨੂੰ ਤਾਂ ਇਹੀ ਹੈ ਕਿ ਸੰਕੇਤ ਤਾਂ ਇਹੀ ਉੱਥੋਂ ਆ ਰਿਹਾ ਕਿ BJP ਡਾਊਨ ਜਾ ਰਹੀ ਹੈ। ਜੇ ਸਮਾਜਵਾਦੀ ਪਾਰਟੀ ਜਿੱਤ ਰਹੀ ਹੈ ਉਧਰ ਚੱਲੋ। ਬਿਲਕੁਲ ਹੋ ਤਾਂ ਉਹੀ ਸਕਦਾ, ਪਰ ਜੇ ਉਹਨੂੰ ਹਵਾ ਮੰਨ ਲਿਆ ਜਾਏ। ਪਰ ਉਹ ਜਿਹੜੀ ਦਲੀਲ ਦੇ ਰਹੇ ਨੇ, ਦਲੀਲ ਇਹ ਦੇ ਰਹੇ ਨੇ ਉਹ ਕਿ ਦਲਿਤਾਂ, OBC ਤੇ ਕਿਸਾਨਾਂ ਇਹਦੇ ਪੱਖ 'ਚ BJP ਨੇ ਕੋਈ ਕੰਮ ਨਹੀਂ ਕੀਤਾ। BJP ਇਹਨਾਂ ਦੇ ਅਗੇਂਸਟ ਭੁਗਤਦੀ ਹੈ, ਇਸ ਲਈ ਅਸੀਂ ਇਹਨੂੰ ਛੱਡ ਰਿਹਾ, ਅਸੀਂ ਅਗਲੀ ਇਲੈਕਸ਼ਨ ਨਹੀਂ ਲੜਾਂਗੇ। ਉਹ ਵਿਰੋਧੀ ਧਿਰ ਦਾ ਆਗੂ ਸੀ ਪਿਛਲੇ ਸਮੇਂ ਦੇ ਵਿੱਚ, ਜਿਹੜਾ ਪਹਿਲਾਂ BSP ਵੱਲੋਂ ਜਿਹੜਾ BJP ਲੈ ਕੇ ਗਈ 2016 'ਚ ਜੀ ਮੌਰਿਆ, ਤੇ ਉਹ BJP 'ਚੋਂ ਹੁਣ ਚਲਾ ਗਿਆ ਤੇ ਬਾਕੀ ਦੇ ਲੋਕ ਵੀ ਜਾ ਰਹੇ ਨੇ। ਔਰ ਉੱਥੇ ਤਾਂ ਉੱਧਰ ਜਾ ਰਹੇ ਨੇ, BJP ਟੁੱਟ ਰਹੀ ਹੈ। ਜਿੱਥੋਂ ਇਹ ਅੰਦੋਲਨ ਸ਼ੁਰੂ ਹੋਇਆ ਜੀ, ਜਿੱਥੇ BJP ਦੀ ਔਕਾਤ ਵੀ ਪੰਜਾਬ 'ਚ ਨਹੀਂ ਹੈ ਉਸ ਲੈਵਲ ਦੇ ਉੱਤੇ, ਤਾਂ ਉਹ ਸੱਤਾ 'ਚ ਹੈ ਬੜੇ ਵੱਡੇ ਪੱਧਰ ਦੇ ਉੱਤੇ। ਜਿੱਥੇ ਇੱਕ ਨੈਗੇਟਿਵ BJP ਦੇ ਖਿਲਾਫ, ਹੁਣ ਪ੍ਰਧਾਨ ਮੰਤਰੀ ਦੇ ਮਾਮਲੇ 'ਚ ਵੀ ਦੇਖ ਲਿਆ ਕਿ ਕਿੰਨਾ ਉਭਾਰ ਹੈ ਜੀ, ਤਾਂ ਇੱਥੋਂ ਕਿੰਨੇ ਸੱਜਣ ਨੇ ਅਲੱਗ-ਅਲੱਗ ਪਾਰਟੀਆਂ 'ਚ ਰੋਜ਼ ਸ਼ਾਮਲ ਹੋ ਰਹੇ ਨੇ। ਬਿਲਕੁਲ ਮੁੱਛਾਂ ਨੂੰ ਤਾਂ ਦੇ ਕੇ ਤਾੜੇ ਨੂੰ, ਤਾਂ ਉਹ ਕਿਹੜੇ ਸਰਕਲ ਦੇ, ਕਿਹੜੇ ਕਿਰਦਾਰ ਦੇ, ਕਿਸ ਲੈਵਲ ਦੀ ਅਪਰੋਚ ਦੇ ਬੰਦੇ ਨੇ, ਕਿਹੜੀ ਗੱਲ ਨੂੰ ਦੇਖ ਕੇ ਆਨੇ, ਕਿਹਦੀ ਪ੍ਰਸ਼ੰਸਾ ਕਰਨਗੇ ਜੀ ਕਿ ਕੀ ਦੇਸ਼ ਬਹੁਤ ਵਧੀਆ ਚੱਲ ਰਿਹਾ ਇਹਦੀ ਇਸ BJP ਦੇ ਰੋਲ 'ਚ ਪਿਛਲੇ 7 ਸਾਲਾਂ 'ਚ ਚੱਲਿਆ ਜੀ, ਜਾਂ ਕੀ ਪੰਜਾਬ ਦੇ ਵਿੱਚ ਬਹੁਤ ਵਧੀਆ ਰੋਲ ਨਿਭਾਤਾ, ਜਾਂ ਕੋਈ ਖੇਤੀ 'ਚ ਨਿਭਾਤਾ, ਕਾਹਦੇ 'ਚ ਨਿਭਾਤਾ। ਕੋਈ ਗੱਲ ਤਾਂ ਦੱਸਣ ਨੂੰ ਹੋਵੇ। ਬਿਲਕੁਲ, ਤਾਂ ਦੱਸਣ ਨੂੰ ਫਿਰ ਹੋਰ ਕੀ ਤਰੀਕਾ ਹੈ? ਜਾਂ ਲੋਕ ਇਹ ਕਹਿ ਰਹੇ ਨੇ ED ਤੇ CBI ਦਾ ਪ੍ਰੈਸ਼ਰ ਹੈ ਬਹੁਤਿਆਂ 'ਤੇ ਜੀ। ਦੂਜੇ ਇਹ ਨੇ ਜਿਹਨੂੰ ਇੱਕ ਪਾਰਟੀ ਨੇ ਟਿਕਟ ਨਹੀਂ ਦਿੱਤੀ, ਦੂਜੀ ਨੇ ਵੀ ਸ਼ਾਇਦ ਉੱਧਰ ਅੱਜ ਕੀ ਮੈਦਾਨ ਖੁੱਲ੍ਹਾ ਹੈ, ਉੱਧਰ ਤਾਂ 23 ਸੀ, ਸਾਨੂੰ ਵੀ ਮਿਲ ਜੇ ਟਿਕਟ ਜੀ। ਮਤਲਬ ਉੱਥੇ ਤੱਕ ਹੀ ਸੀਮਤ ਹੈ। ਇਹ ਕਿਰਦਾਰ ਜਿਹੜਾ ਰਾਜਨੀਤੀ ਦੇ ਵਿੱਚ ਵੈਲਿਊਜ਼ ਨੇ ਜਿਹੜੀਆਂ, ਇਹ ਇਸ ਹੱਦ ਤੱਕ ਨੀਚੇ ਚਲੀਆਂ ਗਈਆਂ ਨੇ। ਤਾਂ ਜਿਹੜੀਆਂ ਦਲ ਬਦਲੀਆਂ ਦਾ ਸੈਟਅਪ ਹੈ ਉਹਨੇ ਕੋਈ ਬਚਣ ਨਹੀਂ ਦਿੱਤੀਆਂ ਪਾਰਟੀਆਂ ਦੇ ਵਿੱਚ ਇਸ ਲੈਵਲ ਦਾ ਇੱਕ ਯਕੀਨ ਨਹੀਂ ਰਹਿਣ ਦਿੱਤਾ ਲੋਕਾਂ ਦਾ ਕਿ ਆਹ ਪਾਰਟੀ ਕਮਿਟਡ ਹੈ, ਆਹ ਬੰਦਾ ਕਮਿਟਡ ਹੈ, ਇਹ ਇਸ ਪਾਰਟੀ 'ਚ ਖੜਾ, ਇੱਕ ਵਿਚਾਰਧਾਰਾ 'ਤੇ ਖੜਾ। ਜੇ ਅਲੱਗ ਹੋਇਆ ਤਾਂ ਵਿਚਾਰਧਾਰਾ ਕਰਕੇ ਹੋਏਗਾ, ਇਕੱਲੇ ਅਹੁਦਿਆਂ ਕਰਕੇ ਨਹੀਂ ਹੋਏਗਾ। ਇਹੋ ਜਿਹੇ ਕੋਈ ਬੰਦੇ ਮੈਨੂੰ ਬਹੁਤ ਘੱਟ ਨਜ਼ਰ ਆ ਰਹੇ ਨੇ ਜਿਹੜਾ ਵਿਚਾਰਧਾਰਾ ਕਰਕੇ ਕੋਈ ਅਲੱਗ ਹੋਇਆ ਹੋਵੇ, ਕਿਸੇ ਵਿਚਾਰਧਾਰਾ ਨੂੰ ਕਹਿ ਕੇ ਅਲੱਗ ਹੋਇਆ ਵੀ ਨਹੀਂ, ਅਹੁਦਿਆਂ ਦੇ ਪਿੱਛੇ ਹੀ ਜਾਣ ਵਾਲੇ ਬੰਦੇ ਨੇ ਜੀ। ਹਮੀਰ ਜੀ, ਸਭ ਤੋਂ ਵੱਡਾ ਸਵਾਲ ਹੁਣ ਇੱਕ ਇਹ ਖੜਾ ਹੁੰਦਾ ਅੱਜ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਦੌਰਾ 5 ਜਨਵਰੀ ਨੂੰ ਪੰਜਾਬ ਦੇ ਫਿਰੋਜ਼ਪੁਰ 'ਚ ਰੱਖਿਆ ਗਿਆ ਸੀ, ਜੋ ਕਿ ਕੁਝ ਕਾਰਨਾਂ ਕਰਕੇ ਰੱਦ ਹੋ ਗਿਆ। ਤੇ ਉਸ ਤੋਂ ਬਾਅਦ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਤੇ ਅੱਜ ਸੁਪਰੀਮ ਕੋਰਟ ਨੇ ਵੀ ਉਹਦੇ ਵਿੱਚ ਦਖਲ ਦਿੰਦਿਆਂ ਜਿਹੜਾ ਇੱਕ ਕਮੇਟੀ ਬਣਾਈ ਗਈ ਹੈ। ਅਸੀਂ ਜਾਣਨਾ ਚਾਹਾਂਗੇ ਉਹ ਕਮੇਟੀ 'ਚ ਕੌਣ ਹੈ ਤੇ ਉਹ ਕਮੇਟੀ ਕਿਵੇਂ ਕੰਮ ਕਰੇਗੀ। ਕਮੇਟੀ ਸੁਪਰੀਮ ਕੋਰਟ ਦੀ ਜੱਜ ਦੀ ਅਗਵਾਈ ਦੇ ਵਿੱਚ ਹੀ ਬਣੀ ਹੈ ਤੇ ਬਾਕੀ ਦੇ ਵਿੱਚ ਜਿਹੜਾ NIA ਦਾ DG ਹੈ, ਚੰਡੀਗੜ੍ਹ ਦਾ DG ਵੀ ਹੈ, ਪੰਜਾਬ ਦਾ ਜਿਹੜਾ ADGP ਸੁਰੱਖਿਆ ਵੀ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਪਾਇਆ ਹੈ। 5 ਬੰਦਿਆਂ ਦੀ ਜਿਹੜੀ ਇੱਕ ਕਮੇਟੀ ਹੈ, ਪਰ ਇਸ ਲੈਵਲ ਦੀ ਉੱਚ ਤਾਕਤੀ ਕਮੇਟੀ ਹੈ ਕਿਉਂਕਿ ਸੁਪਰੀਮ ਪਹਿਲਾਂ ਕੀ ਹੋਇਆ ਸੀ, ਜਦੋਂ ਪ੍ਰਧਾਨ ਮੰਤਰੀ ਇੱਕ ਬੜਾ ਵੱਡਾ ਬਿਰਤਾਂਤ ਸਿਰਜ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਨੂੰ ਖਤਰਾ ਹੈ, ਫਲਾਨਾ ਜੇ ਉਹ, ਉਹਨਾਂ ਨੇ ਸਾਰਾ ਕੁਝ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਤੇ ਪਾਤਾ ਤੇ ਉਹਨਾਂ ਨੇ ਨੋਟਿਸ ਵੀ ਕੱਢਤੇ, ਬਲਕਿ ਇੱਥੇ ਜਿਹੜਾ ਚੀਫ ਸੈਕਟਰੀ ਤੇ ਇਹਨੂੰ, ਉਹ ਸੁਪਰੀਮ ਕੋਰਟ ਨੇ ਕਿਹਾ ਕਿ ਇਹਦਾ ਮਤਲਬ ਜਾਂਚ ਤਾਂ ਫਿਰ ਤੁਸੀਂ ਕਰ ਲਈ ਜੀ,
ਤੁਸੀਂ ਤਾਂ ਸਜ਼ਾ ਦੇਣ ਤੁਰ ਪਏ ਹੋ, ਜਿਹੜਾ ਇਹ ਕੀ ਮਤਲਬ ਹੈ? ਮੈਨੂੰ ਲੱਗਦਾ ਇਹ ਪਹਿਲਾ ਇਹੋ ਜਿਹਾ ਦੂਜਾ ਤੀਜਾ ਸੁਪਰੀਮ ਕੋਰਟ ਦਾ ਇਹੋ ਜਿਹਾ ਡਿਸੀਜਨ ਹੈ ਜਿਹਦੇ 'ਚ ਕੇਂਦਰ ਸਰਕਾਰ ਨੂੰ ਭਾਰੀ ਉਹਦੇ ਅਕਸ ਨੂੰ ਵੀ ਤੇ ਉਹਦੀ ਕਹਿਣੀ ਨੂੰ ਸੱਟ ਵੱਜੀ ਹੈ। ਇਦੋਂ ਪਹਿਲਾਂ ਲਖੀਮਪੁਰ ਕਾਂਡ ਦੇ ਵਿੱਚ ਇਹ ਹੋਇਆ ਵੀ ਤੁਹਾਡੇ ਤੇ ਕੋਈ ਭਰੋਸਾ ਨਹੀਂ, ਤੁਸੀਂ ਜਾਂਚ ਨਹੀਂ ਠੀਕ ਕਰਦੇ, ਸੁਪਰੀਮ ਕੋਰਟ ਆਪਣੀ ਦੇਖ ਰੇਖ 'ਚ ਕਰਾ ਰਹੀ ਹੈ। ਇਦੋਂ ਪਹਿਲਾਂ ਉਹ ਜਿਹੜੀ ਜਾਸੂਸੀ ਸੀ ਪੈਗਾਸਸ ਜਾਂਚ ਦਾ ਮਾਮਲਾ, ਜੀ, ਉਹਦੇ 'ਚ ਉਹਨਾਂ ਨੂੰ ਕਿਹਾ ਕਿ ਤੁਹਾਡਾ ਜੋ ਤੁਸੀਂ ਕਰ ਰਹੇ ਹੋ ਇਹ ਨਹੀਂ ਹੈ, ਸੁਪਰੀਮ ਕੋਰਟ ਨੇ ਆਪਣੀ ਕਮੇਟੀ ਬਣਾਈ। ਤੇ ਇਹ ਵੀ ਪ੍ਰਧਾਨ ਮੰਤਰੀ ਵਾਲੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੀ ਜੱਜ ਦੇ ਅਗਵਾਈ ਦੇ ਵਿੱਚ ਜਿਹੜੀ ਕਮੇਟੀ ਬਣੀ ਹੈ। ਤਾਂ ਇਹਦੇ ਤੋਂ ਉਮੀਦ ਹੈ ਕਿ ਕੁਝ ਪੋਜ਼ਿਟਿਵ ਹੋਏਗਾ। ਪਰ ਸਾਡੀਆਂ ਪੰਜਾਬ ਦੀਆਂ ਪਾਰਟੀਆਂ ਨੂੰ ਵੀ, ਜਿਹੜਾ ਗੋਦੀ ਮੀਡੀਆ ਜਾਂ ਬੀਜੇਪੀ ਨੇ ਤਾਂ ਇਹ ਚਲਾਉਣਾ ਹੀ ਸੀ, ਉਹਨਾਂ ਨੂੰ ਵੀ ਕੀ ਹੋਇਆ ਬਹੁਤੀਆਂ ਪਾਰਟੀਆਂ ਨੂੰ ਸਮਝ ਨਹੀਂ ਆ ਰਿਹਾ। ਕੋਈ ਕਹਿੰਦਾ ਇਹ ਬਹੁਤ ਬੜੀ ਸਾਜ਼ਿਸ਼ ਸੀ ਜੀ, ਪ੍ਰਧਾਨ ਮੰਤਰੀ ਨੂੰ ਉਹਦੀ ਜ਼ਿੰਦਗੀ ਨੂੰ ਖਤਰਾ ਹੋ ਗਿਆ ਜਾਂ ਫਲਾਨਾ। ਇਹ ਅਲੱਗ ਗੱਲ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਰਸਤਾ ਰੁਕ ਗਿਆ ਜੀ, ਰਸਤਾ ਰੋਕਣਾ ਜਿਹੜਾ ਹੈ ਠੀਕ ਸੀ ਜਾਂ ਨਹੀਂ ਸੀ, ਇਹ ਅਲੱਗ ਕੁਐਸਚਨ ਹੈ ਨਾ, ਤੁਹਾਨੂੰ ਸਾਹਮਣੇ ਹੈ। ਜਾਂ ਜੇ ਗਲਤੀ ਹੈ ਤੁਹਾਡੀ ਕਿਤੇ ਇੰਟੈਲੀਜੈਂਸ ਦੀ ਜਾਂ ਕਿਤੇ ਹੋ ਗਈ ਹੋਵੇ, ਜਿੱਥੇ ਪ੍ਰਧਾਨ ਮੰਤਰੀ 15 ਮਿੰਟ ਖੜਾ ਰਹਿ ਸਕਦਾ ਤੇ ਉੱਥੇ ਐਸਪੀ ਜੀ ਤੇ ਬਾਕੀ ਦੇ ਉਹਨਾਂ ਨੂੰ ਖੜਾ ਕਿਉਂ ਰੱਖਦੀ ਹੈ ਜੇ ਜਾਨ ਨੂੰ ਖਤਰਾ ਜੀ? ਕਦੇ ਹੁੰਦਾ ਕਿਤੇ ਜਾਨ ਨੂੰ ਖਤਰਾ ਹੋਵੇ ਤੇ ਬੰਦੇ ਨੂੰ ਉੱਥੇ ਖੜਾ ਕੇ ਰੱਖੋ, ਤੇ ਵਾਪਸ ਪਹਿਲਾਂ ਕਿਉਂ ਨਹੀਂ ਮਰੇ? 15 ਮਿੰਟ ਉਡੀਕ ਕਾਹਦੀ ਕਰਦੇ ਰਹੇ ਉਸ ਪੱਧਰ ਦੇ ਉੱਤੇ? ਤੇ ਇਸੇ ਲਈ ਜਿਹੜੇ ਇਹ ਸਾਰੇ ਸਵਾਲ ਨੇ, ਜਿਹੜੀਆਂ ਜਾਨ ਨੂੰ ਖਤਰਾ ਬਣਾਉਣ ਦਾ ਮਤਲਬ ਹੈ, ਜਿਹੜਾ ਇਹ ਸਟੈਂਡ ਹੈ ਵੀ ਉਹ ਪੰਜਾਬੀਆਂ ਨੂੰ ਇੱਕ ਟਾਈਪ ਦੀ ਬਦਨਾਮ ਕਰਨ ਦਾ। ਇਹ ਉਹ ਕਿਸਾਨ ਅੰਦੋਲਨ ਹੈ ਜਿਹਨੇ 12 ਮਹੀਨਿਆਂ ਦੇ ਵਿੱਚ ਆਪਣੇ 750 ਬੰਦੇ ਤਾਂ ਸ਼ਹੀਦ ਕਰਾਏ, ਪਰ ਕਿਸੇ ਦੇ ਝਰੀਟ ਨਹੀਂ ਮਾਰੀ। ਪ੍ਰਧਾਨ ਮੰਤਰੀ ਤਾਂ ਕੀ, ਕਿਸੇ ਦੇ ਵੀ ਜਾ ਕੇ ਕਦੇ ਕੋਈ ਐ ਕਿਹਾ ਕਿਸੇ ਦੇ ਥੱਪੜ ਵੀ ਮਾਰਿਆ ਹੋਵੇ? ਮਾਰਨਾ ਦੂਰ ਦੀ ਗੱਲ ਹੈ। ਜਿਹੜੀ ਹਿੰਸਾ ਕਦੇ ਹੁੰਦੀ ਵੀ ਰਹੀ ਹੈ ਉਹਦਾ ਵਿਰੋਧ ਕਰਦਾ ਰਿਹਾ। ਬਿਲਕੁਲ। ਇਸ ਲਈ ਕਿਤੇ ਸੜਕ ਰੋਕਣੀ ਜਾਂ ਡੈਮੋਕ੍ਰੈਟਿਕ ਵੇ ਨਾਲ ਕਿਤੇ ਕੁਝ ਹੋਇਆ, ਉਹਦੇ 'ਚ ਮਨਸਾ ਮਾਰਨ ਦੀ ਜਾਂ ਉਹਦੀ ਸੁਰੱਖਿਆ ਨੂੰ ਖਤਰੇ ਦੀ ਬਣਾ ਦਿਓ, ਇਹ ਅਲੱਗ, ਇਹ ਨਹੀਂ। ਹਾਂ, ਜਾਂਚ ਜਿਹੜੀ ਹੁੰਦੀ ਹੈ, ਬਾਕੀ ਦੀ ਜਾਂਚ ਵੀ ਉੱਥੇ ਕਿਵੇਂ ਆਏ, ਪਹਿਲਾਂ ਕਿਉਂ ਪਤਾ ਨਹੀਂ ਲੱਗਿਆ, ਇਹ ਜਿਹੜੇ ਬੰਦਿਆਂ ਦੀ, ਜਿਹੜੇ ਅਫਸਰਾਂ ਦੀ ਜਾਂ ਜਿਹਦੇ 'ਚ ਕੋਈ ਇਹੋ ਜਿਹਾ ਨੁਕਸ ਹੋਏਗਾ, ਉਹ ਅਲੱਗ ਟਾਈਪ ਦੀ ਜਾਂਚ ਹੈ। ਪਰ ਇਹ ਬਰਤਾਂਤ ਖਤਰਨਾਕ ਬਰਤਾਂਤ ਹੈ। ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਦਾ ਨੁਕਸ ਹਮੇਸ਼ਾ ਇਹੀ ਹੈ ਕਿ ਉਹ ਲਗਾਤਾਰ ਐਂਟੀ ਪੰਜਾਬ ਭੁਗਤ ਜਾਂਦੀਆਂ ਨੇ ਬਹੁਤੇ ਵਾਰੀ, ਔਰ ਖੁੱਲ੍ਹ ਕੇ ਉਹ ਸਟੈਂਡ ਨਹੀਂ ਲੈਂਦੀਆਂ ਜਿਹੜਾ ਵਾਜਬ ਸਟੈਂਡ ਹੈ। ਇਹ ਤੋਂ ਗੁਰੇਜ਼ ਕਰਨਾ ਚਾਹੀਦਾ। ਤੇ ਨਹੀਂ ਤਾਂ ਨਵਾਂ ਮਾਮਲਾ ਫੇਰ ਹੈ ਕਿ ਕੇਂਦਰ ਸਰਕਾਰ ਹੋਰ 4 ਕਾਨੂੰਨ ਬਣਾਏਗੀ, ਹੋਰ 10 ਬੰਦਿਆਂ ਨੂੰ ਅੰਦਰ ਕਰੇਗੀ, ਹੋਰ ਤੇ UAPA ਲੱਗ ਜਾਏਗਾ, ਸੈਡੀਸ਼ਨ ਦੇ ਪਰਚੇ ਹੋ ਜਾਣਗੇ। ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਆਪਣੇ ਇੰਟਰਨਲ ਹੁਣ ਤਾਂ ਖੈਰ ਜੋ ਵੀ ਜਾਂਚ ਹੋਏਗੀ, ਇਹ ਜਾਂਚ ਦੇਖੀ ਜਾਊਗੀ। ਲੋਕਾਂ ਨੂੰ ਵੀ ਸ਼ਾਇਦ ਇਸ ਕਮੇਟੀ ਤੇ ਮੁਕਾਬਲਤਨ ਜ਼ਿਆਦਾ ਯਕੀਨ ਹੋਏਗਾ ਜੇ ਇਕੱਲੀ ਸਰਕਾਰਾਂ ਦੀ ਕਮੇਟੀ ਹੁੰਦੀ ਉਹਦੇ ਮੁਕਾਬਲਤਨ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।